वेलकम बैक नाज़रीन। छोटी सी प्रॉब्लम हो गई थी वाईफाई डिस्कनेक्ट होने की वजह से हमें जो पहला सेशन था वो ख़त्म करना पड़ा। नया सेशन लैके फिर ਤੁਹਾਡੇ सामने मौजूद है। मेरे नाल मौजूद ने तारक महमूद भट्टी साहब, सदर ਪ੍ਰੈਸ ਕਲੱਬ सांगला हिल ने। सियासत के उपर गल्लां हो रही ने। साडे शहर दे विच मुतअद्दद सियासतदान हर दौर च आंदे रहे ने और आ की कह लो अपनी वाड़ियां पूरियां करते रहे ने। उन्होंने काम भी किए ने, किहड़े-किहड़े काम किए अगर असीं एक एक करके ते गल लैके चलांगे अगे। ਸਾਡੇ ਕੋਲ ਅਸੀਂ ਸ਼ੁਰੂਆਤ ਕਰਾਂਗੇ ਵੈਸੇ ਤੇ ਅਗਰ 1985 ਦੀ ਗੱਲ ਕਰੀਏ ਮੀਆਂ ਸ਼ਮੀਮ ਹੈਦਰ ਸਾਹਿਬ ਉਦੋਂ ਐਮਐਲਏ ਬਣੇ ਔਰ ਹਾਜੀ ਨਜ਼ੀਰ ਸਾਹਿਬ ਉਸ ਵਕਤ ਐਮਪੀਏ ਸਾਹਿਬ ਹਨ। ਫਿਰ 1988 ਜਦੋਂ ਇਲੈਕਸ਼ਨ ਹੋਏ ਤੇ ਮਲਕ ਆਰਫ ਸਾਹਿਬ ਐਮਐਲਏ ਸਨ, ਅਬਦੁਲ ਲਤੀਫ ਸਾਹਿਬ ਐਮਪੀ ਸਨ, ਦੋਨੋਂ ਹੀ ਪਾਕਿਸਤਾਨ ਪੀਪਲਸ ਪਾਰਟੀ ਵੱਲੋਂ। ਇਹ ਗੱਲਾਂ ਨੇ ਪਿਛਲੇ ਦੌਰ ਦੀਆਂ। ਅਸੀਂ 1990 ਤੋਂ ਲੱਗ ਕੇ ਸ਼ੁਰੂ ਕਰਾਂਗੇ ਕਿਉਂਕਿ ਸਾਡੇ ਅੱਜ ਦੇ ਜਿਹੜੇ ਮੌਜੂਦਾ ਐਮਐਲਏ ਸਾਹਿਬ ਨੇ ਉਹਨਾਂ ਨੇ ਵੀ ਆਪਣੀ ਜੋ ਹੈ ਜਿਹੜੀ ਹੈਗੀ ਨਾ ਰੁਕਨੇ ਅਸੈਂਬਲੀ ਦੀ ਜਿਹੜੀ कह लो कि मैंबरशिप वो हासिल की थी 1990 ਦੇ ਵਿੱਚ। ਫਿਰ ਉਹ ਸਿਆਸਤ 'ਚ ਆ ਗਏ। ਉਹਨਾਂ ਦੇ ਨਾਲ ਉਸ ਵਕਤ ਬਤੌਰ ਐਮਪੀ ਮਲਕ ਜ਼ੁਲਫਕਾਰ ਅਲੀ ਸਾਹਿਬ ਹਨ। ਉਹਨਾਂ ਨੇ ਕੀ ਕੰਮ ਕੀਤਾ ਇੱਥੋਂ ਅਸੀਂ ਗੱਲਾਂ ਸ਼ੁਰੂ ਕਰਾਂਗੇ। ਤਾਰਕ ਭੱਟੀ ਸਾਹਿਬ ਇਸ ਚੀਜ਼ ਉੱਤੇ ਬਹੁਤ ਹੀ ਗਹਿਰੀ ਜਿਹੜੀ ਹੈ ਨਾ ਸਰਚ ਰੱਖਦੇ ਨੇ। ਭੱਟੀ ਸਾਹਿਬ 1990 ਦੇ ਵਿੱਚ ਬਲਜੀਤ ਸਾਹਿਬ ਉਹਦੀ ਪਹਿਲੀ ਦਫਾ ਐਮਐਲਏ ਬਣ ਕੇ ਉਭਰੇ ਔਰ ਨਾਲ ਹੀ ਮਲਕ ਜ਼ੁਲਫਕਾਰ ਸਾਹਿਬ ਵੀ ਸਾਹਮਣੇ ਆਏ। ਕੀ ਉਹਨਾਂ ਨੇ ਉਸ ਦੌਰ ਦੇ ਵਿੱਚ ਕੀਤਾ ਕਿ ਸਾਨੂੰ ਥੋੜ੍ਹਾ ਦੱਸੋ। ਇਹ ਗੱਲਾਂ ਤੇ ਬਹੁਤ ਲੰਮੀਆਂ ਨੇ ਲੇਕਿਨ ਗੱਲ ਇਹ ਵੇ ਕਿ ਹਰ ਜਿਹੜਾ ਵੀ ਕੋਈ ਬੰਦਾ ਮੁੰਤਖਬ ਹੋਇਆ ਜੀ, ਮੈਂ ਨਹੀਂ ਸਮਝਦਾ ਵੀ ਕਿਸੇ ਨੇ ਬੇਇਨਸਾਫੀ ਕੀਤੀ। ਆਪਣੀ ਕੋਸ਼ਿਸ਼ ਹਰ ਬੰਦੇ ਨੇ ਕੀਤੀ ਜਿੰਨੀ ਕੋਈ ਕਰ ਸਕਦਾ, ਜਿੰਨੀ ਉਹਦੀ ਬਸਾਤ ਸੀ, ਜਿੰਨੀ ਉਹਦੀ ਪਾਰਟੀ 'ਚ ਪੋਜੀਸ਼ਨ ਸੀ, ਜਿੰਨਾ ਉਹਦੀ ਪਾਰਟੀ ਪੋਜੀਸ਼ਨ 'ਚ ਸੀ ਉਸ ਹਿਸਾਬ ਨਾਲ ਹਰ ਬੰਦੇ ਨੇ ਵਰਕ ਕੀਤਾ। ਇਹ ਕਹਿਣਾ ਕਿ ਆਪਣਾ ਫਲਾਂ ਨੇ ਘੱਟ ਕੀਤਾ ਵੱਧ ਕੀਤਾ, ਲੇਕਿਨ ਉਹਦੀ ਪੋਜੀਸ਼ਨ ਦੇ ਮੁਤਾਬਕ ਉਹਨੇ ਹਰ ਬੰਦੇ ਨੇ ਅੱਛਾ ਕੰਮ ਕੀਤਾ ਜਿੰਨਾ ਵੀ ਕੀਤਾ। ਤੁਸੀਂ ਕੋਈ ਵੀ ਦੌਰ ਲਾ ਲਓ, ਮੈਂ ਸਮਝਣਾ ਕਿ ਜਦੋਂ ਬਰਜੀਸ ਤਾਹਰ ਸਾਹਿਬ ਐਮਐਲਏ ਬਣੇ ਨੇ ਪਹਿਲੀ ਦਫਾ ਉਹ ਮੁੰਤਖਬ ਹੋਏ ਜੀ ਤੇ ਉਹਨਾਂ ਦੇ ਨਾਲ ਸਨ ਐਮਪੀਏ ਜ਼ੁਲਫਕਾਰ ਅਵਾਨ ਸਾਹਿਬ ਜੀ। ਉਹਨਾਂ ਦਾ ਕੋਈ ਕੇਸ ਸੀ ਆਪਣਾ ਸਰਵਿਸਿਜ਼ ਕੋਆਪਰੇਟਿਵ ਬੈਂਕ ਦਾ, ਉਹ ਮੇਰਾ ਖਿਆਲ ਉਸ ਸਿਲਸਿਲੇ 'ਚ ਕੋਈ ਡਿਸਟਰਬ ਸਨ। ਅਤੇ ਬਰਜੀਸ ਸਾਹਿਬ ਨੇ ਇਬਤਦਾ ਦੇ ਵਿੱਚ ਜਿਹੜਾ ਬੰਦਾ ਮੁੰਤਖਬ ਹੁੰਦਾ ਹੈ ਜੀ ਪਹਿਲੇ ਤਾਂ ਉਹਨੂੰ ਕੋਈ ਸਾਲ ਪਤਾ ਹੀ ਨਹੀਂ ਲੱਗਦਾ ਹਾਂਜੀ ਵੀ ਮੈਂ ਕੀ ਕਰਨਾ, ਨਵਾਜ਼ੀ ਕੰਮ ਕਿਵੇਂ ਲੈਣਾ। ਨਵਾਜ਼ੀ ਸਾਹਿਬ ਤਾਂ ਕਹਿੰਦੇ ਨੇ ਕਿ ਜੀ 5 ਸਾਲ ਐਵੇਂ ਲੰਘ ਜਾਂਦੇ ਨੇ ਪਤਾ ਹੀ ਨਹੀਂ ਚੱਲਦਾ ਹੈਗਾ। ਕੰਮ ਕਿਵੇਂ ਲੈਣਾ ਇਹ ਪਤਾ ਹੀ ਨਹੀਂ ਲੱਗਦਾ ਜੀ। ਤੇ ਉਸ ਵਕਤ ਮੈਂ ਸਮਝਣਾ ਕਿ ਬਹੁਤ ਵੱਡਾ ਕੰਮ ਹੈਗਾ ਸੀ ਸਾਡੇ ਇੱਥੇ ਗਰਲਜ਼ ਜਿਹੜਾ ਕਾਲਜ ਜੀ ਆਵਾਮ ਦੀ ਬੜੀ ਡਿਮਾਂਡ ਸੀ ਤੇ ਮੈਂ ਸਮਝਦਾ ਕਿ ਉਹ ਮੈਗਾ ਪ੍ਰੋਜੈਕਟ ਸੀ ਸਾਂਗਲੇ ਦਾ। ਬਲਜੀਤ ਸਾਹਿਬ ਦਾ ਜਦੋਂ ਆਉਣ ਤੋਂ ਬਾਅਦ ਪਹਿਲਾ ਵੱਡਾ ਪ੍ਰੋਜੈਕਟ ਹੋਈ ਸੀ ਤੇ ਬਹਰਹਾਲ ਉਹ ਬਹੁਤ ਅੱਛਾ ਉਸ ਵਕਤ ਸਰਾਇਆ ਵੀ ਗਿਆ। ਬਿਲਕੁਲ ਅੱਜ ਵੀ ਕਾਬਿਲ ਤਾਰੀਫ ਹੈ। ਅੱਜ ਵੀ ਜੀ ਤੁਸੀਂ ਕੋਈ ਵੀ ਦੌਰ ਵੇਖ ਲਓ, ਤੁਸੀਂ ਅਗਰ ਦੌਰ ਵਾਈਜ਼ ਨਾ ਵੇਖੋ ਜੀ ਤੇ ਵੈਸੇ ਹੀ ਵੇਖੋ, ਮੈਂ ਸਮਝਦਾ ਕਿ ਬਹੁਤ ਸਾਰੇ ਲੋਕ ਜਿਹੜੇ ਨਾ ਕਹਿੰਦੇ ਨੇ ਫਲਾਂ ਬੰਦੇ ਨੇ ਕੀ ਕੀਤਾ, ਫਲਾਂ ਬੰਦੇ ਨੇ ਕੀ ਕੀਤਾ। ਤੁਸੀਂ ਅਗਰ ਕੋਈ ਜ਼ਾਬਤਾ ਅਖਲਾਕ ਬਣਾਓ, ਕੀ ਤੁਸੀਂ ਸਮਝਦੇ ਜੇ ਵੀ ਕੀ ਕਰਨਾ ਚਾਹੀਦਾ, ਠੀਕ ਹੈ ਨਾ। ਪੈਮਾਨਾ ਕੀ ਹੈ ਤੁਹਾਡੇ ਕੋਲ, ਕਿਸੇ ਦੀ ਕਾਮਯਾਬੀ ਦਾ ਕਿਸੇ ਦੀ ਨਾਕਾਮੀ ਦਾ ਪੈਮਾਨਾ ਕੀ ਕਿਵੇਂ ਨਾਪਾਂਗੇ। ਮੈਂ ਸਮਝਦਾ ਹਾਂ ਕਿ ਅਗਰ ਤੁਸੀਂ ਮੇਰਾ ਪੈਮਾਨਾ ਇਹ ਵੇ ਕਿ ਤੁਸੀਂ ਸ਼ਾਹਕੋਟ ਨੂੰ ਵੇਖੋ, ਤੁਸੀਂ ਸਫਤਰਾਬਾਦ ਨੂੰ ਵੇਖੋ, ਤੁਸੀਂ ਖਾਨਗਾਹ ਡੋਗਰਾ ਨੂੰ ਵੇਖੋ, ਕਿਆ ਉੱਥੇ ਏਡਾ ਵੱਡਾ ਕਾਲਜ ਹੈ ਲੜਕੀਆਂ ਦਾ? ਕਿਆ ਜਿਹੜੀ ਤੁਹਾਡੀ ਨਵੀਂ ਬਿਲਡਿੰਗ ਬਣੀ ਹੈ ਇਸਲਾਮੀਆ ਕਾਲਜ ਦੇ ਵਿੱਚ ਉੱਥੇ ਹੈ? ਕਿਆ ਹੁਣ ਦੁਬਾਰਾ ਆਪਣਾ ਉੱਥੇ ਆਡੀਟੋਰੀਅਮ ਬਣਿਆ ਗਰਲਸ ਕਾਲਜ ਦੇ ਵਿੱਚ ਕਿਸੇ ਹੋਰ ਜਗ੍ਹਾ 'ਤੇ ਹੈ? ਟੈਪਟਾ ਬਣਿਆ ਕਿਸੇ ਹੋਰ ਜਗ੍ਹਾ 'ਤੇ ਹੈ? ਸਾਰੇ ਬਰਜੀਸ ਤਾਹਰ ਸਾਹਿਬ ਦੇ ਕੰਮ ਨੇ। ਨਹੀਂ, ਮੈਂ ਸਿਆਸਤਦਾਨਾਂ ਦੀ ਗੱਲ ਕਰਦਾ। ਤੁਸੀਂ ਇਹ ਬਰਜੀਸ ਤਾਹਰ ਦੀ ਬਾਤ ਨਾ ਕਰੋ। ਮੈਂ ਸਮਝਣਾ ਜਨਰਲ ਮੈਂ ਗੱਲ ਕਰ ਰਿਹਾ ਨਾ। ਸਹੀ। ਤੁਸੀਂ ਵੇਖ ਲਓ ਵੋਕੇਸ਼ਨਲ ਕਾਲਜ ਲੜਕੀਆਂ ਦਾ ਕਿਸੇ ਹੋਰ ਹੈ, ਕਾਰਪੋਰੇਟ ਸੜਕਾਂ ਤੁਹਾਡੇ ਪੂਰੇ ਸ਼ਹਿਰ 'ਚ ਹੈਗੀਆਂ, ਕਿਆ ਤੁਹਾਡੇ ਹਮਸਾਇਆ ਸ਼ਹਿਰਾਂ 'ਚ ਹੈਗੀਆਂ?
ਹਰ ਬੰਦੇ ਦੀ ਆਪਣੀ ਆਪਣੀ ਸੋਚ। ਮੈਂ ਕਹਿੰਦਾ ਇਹ ਪਿੰਡਾਂ ਨੂੰ ਕਾਰਪੋਰੇਟ ਸੜਕਾਂ, ਠੀਕ ਹੈ ਨਾ, ਇਹ ਤਹਿਸੀਲ ਦਾ ਮਾਮਲਾ ਸੀ, ਤਹਿਸੀਲ ਬਣਵਾਈ ਸਿਆਸਤਦਾਨਾਂ ਨੇ ਬਣਾਈ। ਜੀ ਜੀ ਜੇ ਤੁਸੀਂ ਵੇਖੋ ਅਦਾਲਤਾਂ ਦਾ ਕਿਆਮ ਹੋਇਆ, ਸਿਆਸਤਦਾਨਾਂ ਨੇ ਬਣਾਇਆ। ਕਿਹੜੇ ਦੌਰ 'ਚ ਤੁਸੀਂ ਸਮਝਦੇ ਜੀ ਵੀ ਕੰਮ ਨਹੀਂ ਹੋਇਆ? ਇੱਕ ਪੀਪਲਸ ਪਾਰਟੀ ਦਾ ਦੌਰ ਸੀ, ਉਹਦੇ 'ਚ ਮੈਂ ਸਮਝਣਾ ਕਿ ਸਾਨੂੰ ਕੰਮ ਨਹੀਂ ਨਜ਼ਰ ਆਇਆ। ਲੇਕਿਨ ਉਹ ਜਿੰਨਾ ਪੀਪਲਸ ਪਾਰਟੀ ਕਰ ਸਕਦੀ ਸੀ, ਉਹਦਾ ਆਪਣਾ ਕਾਰਕੁਨਾਂ ਨੂੰ ਓਬਲਾਈਜ਼ ਕੀਤਾ, ਸਾਈਕਲਾਂ ਦਿੱਤੀਆਂ, ਮੋਟਰਸਾਈਕਲਾਂ ਦਿੱਤੀਆਂ, ਜੋ ਉਹ ਕਰ ਸਕਦੇ ਸੀ ਉਹਨਾਂ ਨੇ ਕੀਤਾ। ਕਿਹੜੇ ਦੌਰ 'ਚ ਕੰਮ ਨਹੀਂ ਆਇਆ, ਤਾਂ ਉਸ ਤੋਂ ਬਾਅਦ ਹੁਣ ਚਾਹੁੰਦੇ ਕੀ ਅਸੀਂ? ਠੀਕ ਹੈ ਨਾ। ਵੇਖੋ ਇਹ ਜਿਹੜਾ ਤੁਸੀਂ ਸਮਝਦੇ ਜੇ ਨਾ ਵੀ ਆ ਦਾਖਲੀ ਖਾਰਜੀ ਰਾਸਤੇ ਖਰਾਬ, ਮੈਂ ਸਮਝਦਾ ਇਹਨਾਂ ਦੀ ਜ਼ਿੰਮੇਦਾਰ ਆਵਾਮ ਹੈ। ਅੱਛਾ, ਉਹ ਕਿਵੇਂ? ਉਹ ਇਵੇਂ ਕਿ ਤੁਸੀਂ ਸੜਕ ਬਣ ਜਾਂਦੀ ਹੈ, ਅਸੀਂ ਨਾਲ ਹੀ ਆਪਣੀਆਂ ਸੀੜੀਆਂ ਬਣਾ ਲੈਂਦੇ ਹਾਂ, ਅੱਗੇ ਮਿੱਟੀ ਸੁੱਟ ਲੈਂਦੇ ਹਾਂ, ਸੜਕ ਥੱਲੇ ਹੋ ਜਾਂਦੀ ਹੈ, ਬਾਰਿਸ਼ ਪੈਂਦੀ ਹੈ, ਉਹ ਆਸਤਾ 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 ਸੜਕ ਉਜੜ ਜਾਂਦੀ ਹੈ। ਮੈਂ ਨਹੀਂ ਸਮਝਦਾ ਵੀ ਇਹਦੇ 'ਚ ਆਪਣਾ ਠੀਕ ਹੈ, ਕੰਮ ਅੱਛੇ ਨਹੀਂ ਹੁੰਦੇ। ਇਹ ਬਾਤ ਜਿਹੜੀ ਹੈ ਨਾ ਅਸਲ ਹੈ ਕਿ ਕੰਮ ਅੱਛੇ ਨਹੀਂ ਹੁੰਦੇ। ਸਹੀ। ਉਹਦੀ ਵਜ੍ਹਾ ਤੋਂ ਉਹ ਛੇਤੀ ਜਿਹੜੇ ਨਾ ਅਗਰ ਮਾੜਾ ਮੋਟਾ ਉਹਨਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਉਹ ਜ਼ਿਆਦਾ ਨੁਕਸਾਨ ਹੋ ਜਾਂਦਾ। ਅਗਰ ਕੰਮ ਅੱਛੇ ਹੋਣ ਤੇ ਥੋੜ੍ਹੀ ਬਹੁਤੀ ਬਾਰਿਸ਼ ਨੂੰ ਵੀ ਬਰਦਾਸ਼ਤ ਕਰ ਜਾਣ। ਹਾਂਜੀ, ਕੁਛ ਅਸੀਂ ਆਪ ਕੋਸ਼ਿਸ਼ ਨਹੀਂ ਕਰਦੇ। ਸਹੀ, ਠੀਕ ਹੈ ਨਾ। ਇਹ ਬਹੁਤ ਬੜਾ ਮਸਲਾ ਹੈ। ਸਹੀ। ਮੈਂ ਤੇ ਸਮਝਣਾ ਕਿ ਮੇਰਾ ਪੈਮਾਨਾ ਇਹ ਵੀ ਕਿ ਤੁਸੀਂ ਵੇਖੋ ਕਿ ਸੱਜੇ ਖੱਬੇ ਇਹ ਕੰਮ ਹੈ। ਦੂਸਰੇ ਨੰਬਰ ਦੇ ਜਿਹੜੇ ਕੰਮ ਨਹੀਂ ਹੁੰਦੇ ਪ੍ਰੋਜੈਕਟ ਵੇਖੋ ਨਾ, ਹੁਣ ਤੁਹਾਡੇ ਕੋਈ ਇੰਟਰਚੇਂਜ ਨਾਲ ਕਿਤੇ ਹੈਗੀ ਸੱਜੇ ਖੱਬੇ। ਪਰ ਗੱਲ ਸਿਰਫ ਇੰਨੀ ਹੈ ਕਿ ਤੁਸੀਂ ਜਦੋਂ ਕਰਨਾ ਹੀ ਕੰਮ ਹੈ। ਨਹੀਂ, ਤੁਸੀਂ ਮੈਨੂੰ ਹੁਣ ਵਿਖਾਇਆ, ਮੈਨੂੰ ਤੁਸੀਂ ਵਿਖਾਇਆ ਸਫਦਰਾਬਾਦ, ਮੈਨੂੰ ਸ਼ਾਹਕੋਟ, ਸਫਦਰਾਬਾਦ, ਖਾਨਕਾ ਡੋਗਰਾ ਦੀ ਤੂੰ ਮੈਨੂੰ ਸੈਰ ਕਰਾ ਦਿੱਤੀ, ਸ਼ਾਹਕੋਟ ਵੀ ਸ਼ਾਮਲ ਕਰ ਲਿਆ ਇਹਦੇ ਵਿੱਚ। ਲੇਕਿਨ ਜਦੋਂ ਮੈਂ ਸਾਈਆਂ ਵਾਲੇ ਜਾ ਕੇ ਵੇਖਣਾ, ਸਾਈਆਂ ਵਾਲੇ ਇੰਟਰਚੇਂਜ ਵੀ ਹੈ, ਸਾਈਆਂ ਵਾਲੇ ਤੇ ਪਿੰਡ ਜਾ ਕੇ ਵੇਖਾਂ ਤੇ ਗੁੱਸੋਈ ਗੈਸ ਵੀ ਮੌਜੂਦ ਹੈ, ਜਦ ਕਿ ਉਸ ਪਿੰਡ ਦੇ ਵਿੱਚ ਇੱਕ ਪੜ੍ਹੇ ਲਿਖੇ ਲੋਕਾਂ ਦੀ ਤਾਦਾਦ ਨਾ ਹੋਣ ਦੇ ਬਰਾਬਰ ਨੇ। ਚਾਹੁੰਦੇ ਕਿ ਪਿੰਡ ਹੈ ਨਾ ਜਿਹੜੇ ਪੜ੍ਹੇ ਲਿਖੇ ਨੇ, ਬਾਕੀ ਦੇ ਸਾਰੇ ਉਹਨਾਂ ਦੇ ਪਿੰਡਾਂ ਦੇ ਵਿੱਚ ਨਾ ਸਕੂਲ ਇੰਨਾ ਕੁ ਮਿਆਰ ਹੋਣ ਤਾਂ ਹੈਗਾ ਵਾ। ਲੇਕਿਨ ਉੱਥੇ ਸੂਈ ਗੈਸ ਜਿਹੜੀ ਬੁਨਿਆਦੀ ਸਹੂਲੀਅਤ ਮੌਜੂਦ ਨੇ। ਆਪਣੇ ਸ਼ਹਿਰ ਦੀ ਗੱਲ ਕਰਾਂ, 6ਵੇਂ ਦਫਾ ਐਮਐਨ ਨੇ ਆਪਣੇ ਸਾਈਡ ਨੂੰ ਕੰਪੇਅਰ ਕਰਾਂ ਮੈਂ ਅਗਰ ਆਪਣੇ ਐਮਐਨ ਸਾਹਿਬ ਦੇ ਨਾਲ, ਤੇ ਜ਼ਮੀਨ ਅਸਮਾਨ ਦਾ ਫਰਕ ਹੈ ਉਹਨਾਂ ਦੇ ਦੌਰ ਦੇ ਵਿੱਚ ਕੰਮਾਂ ਦੇ ਵਿੱਚ। ਭਾਈ ਜਾਨ ਤੁਸੀਂ ਸਿਰਫ ਗੱਲ ਕਰ ਰਹੇ ਜੇ ਐਮਐਨ ਦੀ, ਮੈਂ ਇੱਕ ਜਨਰਲ ਓਵਰਆਲ ਵੀ ਗੱਲ ਕਰ ਲਈਏ ਤੇ ਵੇਖੋ ਅਸੀਂ ਬਹੁਤ ਪਿੱਛੇ ਫੇਰ। ਵੇਖੋ ਮੇਰੀ ਗੱਲ ਸੁਣੋ, ਛੋਟਾ ਜਿਹਾ ਪਿੰਡ ਹੈ, ਉੱਥੇ ਕੀ ਓਬਲਾਈਜ਼ ਹੋ ਗਿਆ? ਉਹਨਾਂ ਨੇ ਇੰਡਸਟਰੀ ਲੈ ਦਿੱਤੀ ਉੱਥੇ, ਉਹਨਾਂ ਨੇ ਸਾਡੇ ਸੰਗਲੇ ਦੇ ਵਿੱਚ ਲੋਕ ਉੱਥੇ ਜਾ ਰਹੇ ਨੇ। ਵੇਖੋ ਮੇਰੀ ਗੱਲ ਸੁਣੋ, ਉਹ ਤੇ ਉਹਨਾਂ ਦਾ ਆਪਣਾ ਮਾਮਲਾ, ਗਵਰਨਮੈਂਟਾਂ ਦਾ ਮਾਮਲਾ, ਉੱਥੇ ਲੈ ਕੇ ਆਉਣ ਵਾਲੇ। ਠੀਕ ਹੈ ਨਾ। ਮੈਂ ਤੁਹਾਨੂੰ ਦੱਸਿਆ ਕਿ ਜਿੰਨੀ ਜਿਹਦੀ ਬਸਾਤ ਹੁੰਦੀ ਹੈ, ਤੁਸੀਂ ਮੇਰੀ ਗੱਲ ਨਹੀਂ ਸਮਝੇ ਜੀ ਜੀ, ਵੀ ਜਿੰਨੀ ਕਿਸੇ ਦੀ ਬਸਾਤ ਹੈ, ਜਿੰਨਾ ਕੁਛ ਲਿਆ ਸਕਦਾ ਲਿਆਂਦਾ ਉਹਨਾਂ ਨੇ। ਠੀਕ ਹੈ ਨਾ। ਵੇਖੋ ਹੁਣ ਪੀਟੀਆਈ ਕਿਆ ਉਹ ਕੰਮ ਨਹੀਂ ਕਰ ਰਹੀ? ਜਿੰਨੀ ਕੁ ਉਹਨਾਂ ਦੀ ਬਸਾਤ ਹੈ, ਹਾਂਜੀ ਇਹ ਕਹਿ ਸਕਦੇ, ਠੀਕ ਕੰਮ ਤੇ ਕੋਈ ਨਹੀਂ ਕਰਦੀ ਵੀ, ਲੇਕਿਨ ਜਿੰਨੀ ਕੁ ਉਹਨਾਂ ਦੀ ਵੇਖੋ ਮੇਰੀ ਗੱਲ ਕੋਸ਼ਿਸ਼ ਕਰ ਰਹੇ ਨੇ। ਮੈਂ ਇਹ ਪਹਿਲੇ ਕਿਹਾ ਹੈ ਕਿ ਕਿਹੜਾ ਦੌਰ ਹੈ ਜਿੱਥੇ ਕੰਮ ਨਹੀਂ ਹੋਇਆ। ਗੱਲ ਇਹ ਵੀ ਕਿ ਕੰਮ ਹੁੰਦਾ ਹੈ, ਕੰਮ ਰੁਕਦਾ ਕਿਉਂ? ਕੰਮ ਰੁਕਦਾ ਹੈ ਆਪਣੇ ਆਪਸ ਦੀ ਕਲੈਸ਼। ਠੀਕ ਹੈ। ਇਹ ਹੁਣ ਸੜਕ ਜਿਹੜੀ ਇੰਟਰਚੇਂਜ ਤੋਂ ਐ ਸੀ ਆਪਣਾ ਸ਼ਾਹਕੋਟ ਤੱਕ ਇਹ ਆਪਸ ਦੀ ਨਾਰਾਜ਼ਗੀਆਂ ਦੀ, ਆਪਸ ਦੀ ਮੁਖਾਲਫਤਾਂ ਦੀ ਨਜ਼ਰ ਹੋ ਗਈ। ਠੀਕ ਹੈ ਨਾ। ਕੋਈ ਵੀ ਕੰਮ ਹੈ ਨਾ, ਵੇਖੋ ਹੁਣ ਸ਼ਮੀਮ ਹੈਦਰ ਨੇ ਅਗਰ ਅੰਡਰਪਾਸ ਬਣਾਇਆ ਹੈ, ਉਹਨੇ ਇਸ ਨਜ਼ਰ ਨਾਲ ਤਾਂ ਨਹੀਂ ਬਣਾਇਆ ਕਿ ਡੁੱਬਿਆ ਰਵੇ। ਸਾਰੀ ਗੱਲ ਹੈ। ਠੀਕ ਹੈ ਨਾ। ਉਹ ਤੇ ਬਣਾਉਣ ਵਾਲਿਆਂ ਦਾ ਕੋਈ ਕਸੂਰ ਹੈ ਨਾ, ਪ੍ਰੋਗਰਾਮ ਦੇਣ ਵਾਲਿਆਂ ਦਾ, ਜਿਨ੍ਹਾਂ ਨੇ ਨਕਸ਼ਾ ਬਣਾਇਆ, ਜਿਨ੍ਹਾਂ ਨੇ ਉਹਨੂੰ। ਲੇਕਿਨ ਸ਼ਮੀਮ ਹੈਦਰ ਆਪ ਟੌਪ 10 ਇੰਜੀਨੀਅਰ ਵਿੱਚ ਸ਼ੁਮਾਰ ਰੱਖਦਾ, ਉਹ ਪਾਕਿਸਤਾਨ ਦੇ ਪੂਰੇ ਦੇ ਵਿੱਚ। ਉਹ ਭਾਈ ਜਾਨ ਉਹਨਾਂ ਲੋਕਾਂ ਕੋਲ ਟਾਈਮ ਨਹੀਂ ਹੈਗਾ ਕਿ ਉਹ ਤੁਹਾਡੇ ਨਕਸ਼ੇ ਵੇਖਦੇ ਫਿਰਨ ਵੀ ਕੀ ਸਹੀ ਬਣਿਆ ਕਿ ਗਲਤ ਬਣਿਆ। ਵੇਖੋ ਨਾ ਸਾਡੇ ਸ਼ਹਿਰ ਇੱਕ ਪ੍ਰੋਜੈਕਟ ਕੀਤਾ ਉਹ ਵੀ ਫਲਾਪ। ਲੇਕਿਨ ਜਿੱਥੋਂ ਜਿਹਦਾ ਬਾਤ ਹੈ ਨਾ ਕੰਮ ਦੀ, ਜੀ ਜੀ ਵੇਖੋ ਮੇਰੀ ਗੱਲ ਸੁਣੋ, ਬਹੁਤ ਸਾਰੇ ਕੰਮ ਨੇ। ਵੇਖੋ ਜਦੋਂ ਅਸੀਂ ਦੇਖਿਆ ਦੂਸਰਾ ਦੌਰ ਆਇਆ ਮੁਸਲਿਮ ਲੀਗ ਦਾ, ਇਹ ਫਰੂਕਾਬਾਦ ਤੱਕ ਸੜਕ ਜਿਹੜੀ ਹੈ ਬਹੁਤ ਬੁਰਾ ਹਾਲ ਸੀ, ਉਹ ਫੌਰੀ ਤੌਰ 'ਤੇ ਬਣ ਗਈ। ਠੀਕ ਹੈ ਨਾ। ਸਹੀ। ਤੁਸੀਂ ਹੁਣ ਅਗਰ ਬਾਜਵਾ ਸਾਹਿਬ ਦਾ ਵੇਖੋ ਤੇ ਤੁਸੀਂ ਵੇਖੋਗੇ ਵੀ ਪਿੰਡਾਂ 'ਚ ਤੁਸੀਂ ਕਾਰਪੋਰੇਟ ਸੜਕਾਂ ਵੇਖੋਗੇ, ਪਿੰਡਾਂ 'ਚ ਤੁਸੀਂ ਆਪਣਾ ਵੇਖੋਗੇ ਸਟੇਡੀਅਮ ਵੇਖੋਗੇ, ਸਕੂਲ ਅਪਗ੍ਰੇਡ ਹੋਏ ਨੇ। ਹੈ
ਇਹ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਵੀ ਇਹਨੂੰ ਉਹਨੇ ਕੋਸ਼ਿਸ਼ ਨਹੀਂ ਕੀਤੀ। ਨਹੀਂ ਲੇਕਿਨ ਲੇਕਿਨ ਸਾਡਾ ਅੱਜ ਦਾ ਜਿਹੜਾ ਮੌਜੂ ਹੈ ਨਾ, ਮੈਂ ਚਾਹੁੰਦਾ ਵਾਂ ਕਿ ਉਹਦੇ ਤੇ ਜ਼ਿਆਦਾ ਗੁਫ਼ਤਗੂ ਹੋਵੇ ਨਾ। ਅਗਰ ਅਸੀਂ ਕੈਟਾਗਰਾਈਜ਼ ਕਰਦੇ, ਜਿਵੇਂ ਤੁਹਾਨੂੰ ਦੱਸਿਆ ਡਿਗਰੀ ਕਾਲਜ ਬਲਜੀਤ ਤਾਹਰ ਨੇ ਆਉਂਦਿਆਂ ਹੀ ਬਣਾਇਆ, ਔਰ ਯਕੀਨੀ ਤੌਰ ਤੇ ਕਾਬਲੇ ਤਾਰੀਫ ਹੈ, ਔਰ ਤਾਂ ਯਾਦ ਰਹਿਣਾ ਜਿੰਨੀ ਦੇਰ ਤੱਕ ਸਾਡੀਆਂ ਭੈਣਾਂ ਜਿਹੜੀਆਂ ਹੈਗੀਆਂ ਨੇ, ਮੇਰੀ ਫੁੱਫੀਆਂ ਤੇ ਪੜ੍ਹਦੇ ਰਹੀਆਂ ਨੇ, ਸਾਡੀਆਂ ਜਿਹੜੇ ਵੱਡੇ ਪੜ੍ਹਦੇ ਰਹੇ ਨੇ ਖਵਾਤੀਨ, ਉੱਥੇ ਜਾ ਕੇ ਤੇ ਜ਼ਾਹਿਰ ਸੀ ਬਾਤ, ਮੈਂ ਕੁਝ ਦਿਨ ਪਹਿਲਾਂ ਤਲੇ ਯਾਸਮੀਨ ਸਾਹਿਬਾ ਦਾ ਵੀ ਇੰਟਰਵਿਊ ਕੀਤਾ। ਜ਼ਾਹਿਰ ਗੱਲ ਹੈ ਕਿ ਇੱਕ ਬਹੁਤ ਅੱਛਾ ਸ਼ਗਨ ਸਾਡੇ ਵਾਸਤੇ ਵੀ ਸੀ ਕਿ ਸਾਡੇ ਆਪਣੇ ਇਲਾਕੇ ਦੇ ਵਿੱਚ ਇੱਕ ਇਤਨਾ ਬੜਾ ਤਲੀਮੀ ਅਦਾਰਾ ਸਾਡੇ ਕੋਲ ਮੌਜੂਦ ਸੀ, ਔਰ ਬੇਸ਼ੁਮਾਰ ਖਵਾਤੀਨ ਇੱਥੋਂ ਤਲੀਮ ਹਾਸਲ ਕਰਕੇ ਬੜੇ ਬੜੇ ਅਹੁਦਿਆਂ ਤੇ ਫਾਇਜ਼ ਵੀ ਨੇ, ਔਰ ਬੜੀ ਬੜੀ ਪੋਜੀਸ਼ਨਾਂ ਲੈ ਚੁੱਕੇ ਨੇ। ਮਤਲਬ ਗੱਲ ਕਰਨ ਦਾ ਮਕਸਦ ਇਹ ਹੈ ਕਿ 1990 ਦੇ ਵਿੱਚ ਤਾਂ ਉਹਨਾਂ ਨੇ ਬਣਾ ਲਿਆ, ਅੱਗੋਂ ਫਿਰ 93 ਦਾ ਦੌਰ ਤੱਕ ਜਿਹੜਾ 3 ਸਾਲ ਦਾ ਪੀਰੀਅਡ ਸੀ, 2.5-3 ਸਾਲ ਜਿਹੜਾ 1990 ਦੇ ਵਿੱਚ, ਅਸੀਂ ਮਲਕ ਜ਼ੁਲਫਕਾਰ ਸਾਹਿਬ ਦੀ ਗੱਲ ਨਹੀਂ ਕਰਦੇ, ਜਿਵੇਂ ਤੁਹਾਨੂੰ ਦੱਸਿਆ ਉਹ ਤੇ ਫਾਰਗ ਹੋ ਗਏ ਸਨ, ਕੇਸ ਦੀ ਵਜ੍ਹਾ ਤੋਂ ਨਹੀਂ ਕਰ ਸਕੇ ਹੈਗੇ। ਬਲਜੀਤ ਤਾਹਰ ਸਾਹਿਬ ਨੇ ਡਿਗਰੀ ਕਾਲਜ ਤੋਂ ਇਲਾਵਾ ਹੋਰ ਕੋਈ ਕੰਮ ਕੀਤਾ? ਤੁਸੀਂ ਇਹ ਬੇਸ਼ੁਮਾਰ ਕੰਮ ਕੀਤੇ ਨੇ। ਇੰਟਰਚੇਂਜ ਕਿਹਨਾਂ ਦਾ ਕੰਮ ਆ? ਨਹੀਂ 1990 ਤੇ 93 ਦਰਮਿਆਨ। ਨਹੀਂ ਉਹ ਕਾਬਲੇ ਜ਼ਿਕਰ, ਉਹਨਾਂ ਨੇ ਇੱਕ ਸ਼ੁਰੂ ਕੀਤੀ ਸੀ ਸੜਕ, ਫੋਕਸ ਉਹਨਾਂ ਦਾ ਸੜਕ ਤੇ ਸੀ। ਠੀਕ ਹੈ। ਸਾਂਗਲਾ ਤੋਂ ਫਰੂਕਾਬਾਦ, ਉਹ ਕੀਤਾ, ਠੀਕ ਉਸ ਰੋਡ 'ਚ ਨਹੀਂ ਬਣ ਸਕੀ ਮੇਰਾ ਖਿਆਲ। ਠੀਕ ਹੋ ਗਿਆ। ਤੇ ਉਹ ਫਿਰ 97 ਵਾਲੇ ਦੌਰ 'ਚ ਦੁਬਾਰੇ ਨੌਂ ਦੀ ਹੁਕੂਮਤ ਚਾਹੀ। ਅੱਛਾ, ਜਦੋਂ ਬਲਜੀਤ ਤਾਹਰ ਸਾਹਿਬ ਹੋਰਾਂ ਦੇ ਨਾਲ ਮਲਕ ਜ਼ੁਲਫਕਾਰ ਸਾਹਿਬ ਹਨ, ਉਹ ਮਜਬੂਰੀ ਵਜ੍ਹਾ ਤੋਂ ਜੋ ਵੀ ਮਾਮਲਾਤ ਹੋਏ, ਅੱਗੋਂ ਇਲੈਕਸ਼ਨ ਨਾਲ ਲੜਿਆ ਉਹਨਾਂ ਨੇ, ਮਲਕ ਮਨੀਰ ਸਾਹਿਬ ਹੋਰੀ ਜੁੜ ਗਏ 93 ਦੇ ਵਿੱਚ, ਬਲਜੀਤ ਤਾਹਰ ਸਾਹਿਬ MA ਨੇ, ਮਲਕ ਮਨੀਰ ਸਾਹਿਬ MPA। ਫਿਰ ਇਸੇ ਤਰ੍ਹਾਂ 97 ਦੇ ਵਿੱਚ ਫਿਰ ਬਲਜੀਤ ਤਾਹਰ ਆਪੋਜੀਸ਼ਨ ਦਾ ਦੌਰ ਸੀ ਉਹਨਾਂ ਦਾ। ਹਾਂਜੀ, ਉਦੋਂ ਕੁਝ ਨਹੀਂ ਹੋਇਆ ਹੋਣਾ, ਉਹਤੇ ਗੱਲ ਵੀ ਨਹੀਂ ਕਰਦੇ, ਗਾਹ ਲੰਘ ਜਾਂਦੇ ਆ। ਫਿਰ ਅੱਗੋਂ ਸਾਡੇ ਇਲਾਕੇ ਨੇ ਫਿਰ ਮੌਕਾ ਦਿੱਤਾ ਮਲਕ ਮਨੀਰ ਸਾਹਿਬ ਨੂੰ ਤੇ ਬਲਜੀਤ ਤਾਹਰ ਸਾਹਿਬ ਨੇ ਇੱਕ ਵਾਰੀ ਫਿਰ ਹਕੂਮਤ ਉੱਪਰ ਨੀਚੇ ਇਹਨਾਂ ਦੀ, ਪੰਜਾਬ 'ਚ ਇਹਨਾਂ ਦੀ, ਵਫਾਕ ਤੇ ਇਹਨਾਂ ਦੀ। ਉਦੋਂ ਕਿਹੜੇ ਕਿਹੜੇ ਕੰਮ ਹੋਏ ਨੇ? ਬਹੁਤ ਕੰਮ ਹੋਏ ਉਸ ਦੌਰ 'ਚ ਵੀ। ਤੁਸੀਂ ਵੇਖੋ ਐਕਸਚੇਂਜਾਂ ਲੱਗੀਆਂ, ਇਹ ਤੇ ਪੀਪਲਸ ਪਾਰਟੀ ਦੌਰ 'ਚ ਵੀ ਲੱਗੀਆਂ ਨਾ? ਨਹੀਂ, ਇਹ ਜਿਹੜੀਆਂ ਡਿਜੀਟਲ ਐਕਸਚੇਂਜਾਂ ਇਹ ਸ਼ਹਿਰਾਂ ਦੀ ਬਜਾਏ ਤੁਸੀਂ ਸਮਝ ਲਓ ਵੀ ਪਿੰਡਾਂ 'ਚ ਵੀ ਲੱਗੀਆਂ। ਸਹੀ ਹੈ, ਠੀਕ ਹੈ ਨਾ। ਇਹ ਬਲਜੀਤ ਤਾਹਰ ਸਾਹਿਬ ਦਾ ਮਤਲਬ ਮੈਂ ਕਿਹਾ ਉਸ ਵਕਤ ਇਹਦੀ ਇੰਨੀ ਕੁ ਜ਼ਰੂਰਤ ਮਹਿਸੂਸ ਕੀਤੀ ਜਾਂਦੀ ਸੀ ਕਿ ਇੱਕ ਫੋਨ ਲਵਾਉਣ ਵਾਸਤੇ ਸਾਨੂੰ ਕੋਟੇ 'ਚੋਂ ਲੈਣਾ ਪੈਂਦਾ ਸੀ। MP MN ਨੂੰ ਜਿਹੜੇ ਕੋਟੇ ਮਿਲਦੇ ਸੀ, ਉਹਨਾਂ ਨੂੰ ਕਹੀਦਾ ਸੀ, ਤਰਲਾ ਮਾਰਦੇ ਸੀ ਲੋਕ ਵੀ ਆਪਣਾ ਸਾਨੂੰ ਕੋਟਾ ਦੇ ਦਿਓ। ਇੱਕ 4-5 ਫੋਨਾਂ ਦਾ ਕੋਟਾ ਹੁੰਦਾ ਸੀ। ਜੀ ਜੀ। ਤੇ ਉਹ ਫਿਰ ਕੋਸ਼ਿਸ਼ ਉਹਨਾਂ ਨੇ ਕੀਤੀ ਆਪਣੇ ਤੌਰ ਤੇ, ਐਕਸਚੇਂਜਾਂ ਡਿਜੀਟਲ ਲੱਗੀਆਂ। ਸਹੀ। ਤੇ 17 ਇੱਥੋਂ ਸਾਂਗਲਾ ਤੋਂ ਫਰੂਕਾਬਾਦ ਸੜਕ ਵੀ ਤਕਰੀਬਨ ਵੀ ਮੁਕੰਮਲ ਹੋਈ। ਬੜਾ ਬੁਰਾ ਹਾਲ ਸੀ ਉਹਦਾ, ਹੈ। ਲੇਕਿਨ ਉਹ ਸੜਕ ਵੀ ਜਿਹੜੀ ਹੈ ਨਾ, ਪਰੇਸ਼ਾਨ ਹੀ ਸਾਰੀ ਉਮਰ ਕੀਤਾ ਉਸ ਸੜਕ ਨੇ। ਹੁਣ ਵੀ ਉਹਦਾ ਉਹੀ ਹਾਲ ਹੈ। ਕਦੀ ਵੀ ਉਹ ਜੇ ਇੱਧਰੋਂ ਠੀਕ ਹੁੰਦੀ ਹੈ ਤੇ ਉੱਧਰੋਂ ਅੱਗੋਂ ਖਰਾਬ ਹੋ ਜਾਂਦੀ। ਹੁਣ ਵੇਖੋ ਨਾ, ਮੇਰੀ ਗੱਲ ਸੁਣ, ਮੈਂ ਤੇ ਸਿਰਫ ਇਹ ਗੱਲ ਕਰਨਾ ਚਾਹ ਰਿਹਾ ਕਿ ਤੁਸੀਂ ਅਗਰ ਤਾਲੀਮ ਦੇ ਮੁਤਲਕ ਵੇਖੋ ਤੇ ਸਾਂਗਲੇ 'ਚ ਤਾਲੀਮੀ ਅਦਾਰੇ ਬਹੁਤ ਅੱਛੇ ਕਾਇਮ ਹੋਏ। ਜੀ ਜੀ। ਤੁਸੀਂ ਸਿਹਤ ਦੇ ਮੁਤਲਕ ਵੇਖੋ, ਤੁਹਾਡਾ ਤਹਿਸੀਲ ਹੈਡਕੁਆਟਰ ਹਸਪਤਾਲ ਬਣਿਆ। ਤੁਸੀਂ ਅਗਰ ਜੁਡੀਸ਼ਰੀ ਦੇ ਮੁਤਲਕ ਵੇਖੋ ਤੇ ਤੁਸੀਂ ਵੇਖ ਲਓ, ਤਹਿਸੀਲ ਬਣੀ, ਅਦਾਲਤਾਂ ਦਾ ਕਿਆਮ ਹੋਇਆ। ਐਸਾ ਦੀਦੀ ਨਾ ਪਿਛਲੀ ਸਦੀ ਵਿੱਚ ਤੇ ਚੀਜ਼ਾਂ ਨਹੀਂ ਹੋਈਆਂ ਸਾਰੀਆਂ। ਇਹ 2002-3 ਦੇ ਵਿੱਚ ਸ਼ੁਰੂ ਹੋਇਆ ਕੰਮ। ਜੀ ਜੀ। ਤੇ ਇਹ ਕੋਸ਼ਿਸ਼ਾਂ ਨਾਲ ਹੀ ਹੈ। ਬਿਲਕੁਲ ਜੀ ਗੱਲ ਠੀਕ ਹੈ ਨਾ। ਉਹਦੇ 'ਚ ਮਲਕ ਮਰੀਰ ਨੇ ਕੋਸ਼ਿਸ਼ ਕੀਤੀ, ਉਹਦੇ 'ਚ ਮਲਕ ਆਜ਼ਮ ਨੇ ਅਦਾਲਤਾਂ ਦੇ ਕਿਆਮ ਦੇ ਸਿਲਸਿਲੇ 'ਚ ਕੋਲੋਂ ਪੈਸੇ ਪੂਸੇ ਵੀ ਦਿੱਤੇ। ਲੇਕਿਨ ਤੁਸੀਂ ਸਿਰਫ ਅਸੀਂ ਲੋਕ ਤਨਕੀਦ ਕਰਨੇ, ਮਜ਼ਾ ਬਹੁਤ ਆਉਂਦਾ ਤਨਕੀਦ ਕਰਨ ਦਾ। ਤਾਰੀਫ ਦਾ ਮਜ਼ਾ ਨਹੀਂ ਆਉਂਦਾ ਹੈਗਾ। ਤਾਰੀਫ ਕਰੋ ਨਾ ਕਿਸੇ ਦੀ, ਤਨਕੀਦ ਅਸਲ ਵਿੱਚ ਚਾਪਲੂਸੀ ਕਰਦਾ ਹੈਗਾ, ਮਤਲਬ ਵਾਸਤੇ ਗੱਲ ਕਰਦਾ। ਤਨਕੀਦ ਦਾ ਮਜ਼ਾ ਬਹੁਤ ਹੈ। ਤਨਕੀਦ ਅਸਲ ਇਹ ਹੈ ਕਿ ਹਰ ਕੰਮ 'ਚ ਕਰਪਸ਼ਨ ਕਿਸੇ ਦੌਰ 'ਚ ਵੀ ਹੈ। ਜੀ ਗੱਲ ਹਰ ਦੌਰ 'ਚ ਹੁੰਦੀ ਹੈ। ਕਰਪਸ਼ਨ ਨੇ ਸਾਡਾ ਜਿਹੜਾ ਮਾਹੌਲ ਹੈ ਉਹ ਕਾਇਮ ਨਹੀਂ ਰਹਿਣ ਦਿੱਤਾ। ਕੋਈ ਚੀਜ਼ ਪਾਇਦਾਰ ਨਹੀਂ ਬਣੀ। ਜਿਹਨੂੰ 25 ਸਾਲ ਕੱਢਣੇ ਚਾਹੀਦੇ ਨੇ, ਉਹ 10 ਸਾਲ ਬਾਅਦ ਡਿਮਾਂਡ ਕਰਦੀ ਹੈ ਕਿ ਮੈਨੂੰ ਦੁਬਾਰਾ ਬਣਾਓ। ਜੀ ਜੀ। ਠੀਕ ਹੈ ਨਾ। ਜੀ ਗੱਲ। ਅਸੀਂ ਮਨਪਸੰਦ ਠੇਕੇਦਾਰਾਂ ਨੂੰ ਤਰਜੀਹ ਦਿੰਦੇ। ਜੀ ਗੱਲ। ਹੋਰ ਜੇ ਤੁਸੀਂ ਕਹੋ ਕੰਮ ਨਹੀਂ ਹੁੰਦੇ, ਕੰਮ ਹੁੰਦੇ ਨੇ। ਕੰਮ ਹੁੰਦੇ ਨੇ ਤੇ ਜੀ ਗੱਲਾਂ ਹੋ ਰਹੀਆਂ ਨੇ 1997 ਤੱਕ ਦੀਆਂ, 97 ਤੋਂ 99 ਤੱਕ ਦੀਆਂ। 99 ਦੇ ਵਿੱਚ ਹਕੂਮਤ ਬਰਤਰਫ ਹੋ ਗਈ, ਸਦੀ ਚੇਂਜ ਹੋ ਗਈ, ਥੋੜੀ ਬ੍ਰੇਕ ਲੈਣੇ ਵਾਪਸ ਆਉਂਦੇ ਆ ਕੇ ਤੇ ਫਿਰ ਜਿਹੜਾ ਨਾ ਅਸੀਂ 2002 ਤੋਂ ਬਾਅਦ ਫਿਰ
ਜੋ ਜੋ ਨਿਜ਼ਾਮ ਚੱਲਦਾ ਰਿਹਾ ਉਹਦੇ ਤੋਂ ਗੁਫ਼ਤਗੂ ਕਰਾਂਗੇ। ਠੀਕ। ਅਸੀਂ ਛੋਟੀ ਜਿਹੀ ਬ੍ਰੇਕ ਵਾਪਸ ਆਉਂਦੇ ਹਾਂ, ਆ ਕੇ ਜਿਹੜਾ ਅਸੀਂ ਮਜ਼ੀਦ ਗੱਲਾਂ ਕਰਾਂਗੇ। ਅਸਲ ਮੌਜੂ ਹੁਣ ਸ਼ੁਰੂ ਹੋਣਾ ਵੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ। वेलकम बैक नाज़रीन। ब्रेक से पहले इंतहाई अहम मौजू के ऊपर बात हो रही थी कि पिछली सदी में हमारे जो सियासतदान हैं उन्होंने क्या क्या काम किए, और बलजीत ताहर साहब के हवाले से और जो दीगर सियासतदान गुजरे उनके हवाले से आज के हमारे मौजूदा मेहमान भट्टी साहब ने तफसीली आपको मालूमात फराहम की। नया दौर, नई सदी। भट्टी साहब, नवा साल जो चढ़ता बड़ी खुशी होंगी है, नवा साल मनाईदा है, फिर नवी सदी चढ़ी, मुशर्रफ ਦਾ ਦੌਰ ਹੋਵੇ। 2002 ਦੇ ਵਿੱਚ ਫਿਰ ਇਲੈਕਸ਼ਨ ਹੋਏ ਨੇ। ਸਾਡੇ ਕੋਲ ਅੱਲਾਹ ਪਾਕ ਨੇ ਜਿਹੜਾ ਸਾਨੂੰ ਤੋਹਫਾ ਦਿੱਤਾ ਜੀ ਸ਼ਮੀਮ ਹੈਦਰ ਸਾਹਿਬ ਨੂੰ, ਔਰ ਐਮਐਲਏ ਬਣਾ ਦਿੱਤਾ 2003 ਦੇ ਵਿੱਚ, ਸੌਰੀ। ਤੇ ਸ਼ੇਖ ਜਲਾਨੀ ਸਾਹਿਬ ਬਤੌਰ ਐਮਪੀਏ ਆ ਗਏ ਸਾਡੇ ਕੋਲ। ਬੜੀ ਖੁਸ਼ੀ ਹੋਈ ਯਾਰ, ਸਾਨੂੰ ਬਲਜੀਤ ਤਾਹਰ ਕੋਲ ਜਾਣ ਛੁੱਟੀ, ਆਵਾਮ ਬੜੀ ਖੁਸ਼ ਸੀ ਕਿ ਚਲੋ ਨਵਾਂ ਬੰਦਾ ਹੈ, ਕੋਈ ਨਵਾਂ ਕੰਮ ਕਰੇਗਾ। ਨਵਾਂ ਬੰਦੇ ਨੇ ਆਉਂਦਿਆਂ ਹੀ ਅਸੀਂ ਜ਼ਿਆਦਾ ਉਹਨਾਂ ਦੇ ਖਿਲਾਫ ਗੱਲ ਇਸ ਲਈ ਨਹੀਂ ਮੈਂ ਕਰਾਂਗਾ ਕਿਉਂਕਿ ਉਹ ਅੱਲਾਹ ਨੂੰ ਪਿਆਰੇ ਹੋ ਚੁੱਕੇ ਨੇ, ਲੇਕਿਨ ਚੂੰਕਿ ਜਿਹੜਾ ਸਵਾਲ ਹੈ, ਜੋ ਆਵਾਜ਼ ਹੈਗੀ, ਉਹ ਤੇ ਜਾਰੀ ਰਹਿਣੀ ਹੈ। ਜੋ ਉਹਨਾਂ ਨੇ ਕੀਤਾ, ਅੱਛਾ ਕੀਤਾ, ਬੁਰਾ ਕੀਤਾ, ਉਹਦੀ ਤਾਰੀਫ ਤਨਕੀਦ ਜਾਂ ਉਹਦੇ ਬਾਰੇ ਦੀ ਗੱਲ ਹੁੰਦੀ ਰਹਿਣੀ ਹੈ। ਸਾਨੂੰ ਉਹਨਾਂ ਨੇ ਅੰਡਰ ਪਾਸ ਦਾ ਤੋਹਫਾ ਦਿੱਤਾ, ਜਿਹੜਾ ਕਿ ਸਾਡੇ ਉਸ ਵਕਤ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਉਹਨਾਂ ਅੰਡਰ ਪਾਸ ਦਿੱਤਾ, ਉਸ ਤੋਂ ਹਟ ਕੇ ਉਹਨਾਂ ਨੂੰ ਸਾਨੂੰ ਕੀ ਦਿੱਤਾ? ਗੱਲ ਪਤਾ ਕੀ ਹੈ, ਉਹਨਾਂ ਦਾ ਅੰਡਰ ਪਾਸ ਦੇ ਦੇਣਾ ਵੀ ਬੜੀ ਬਹਾਦਰੀ ਹੁਣ ਤੱਕ ਭੁਗਤਣ ਰਹੇ। ਅੰਡਰ ਪਾਸ ਜਿਹੜਾ ਹੈ ਉਹ ਬੜੀ ਕੋਸ਼ਿਸ਼ਾਂ ਸੀ ਮੁਕਾਮੀ ਸਿਆਸਤ ਦੀਆਂ ਕਿ ਸਾਨੂੰ ਅੰਡਰ ਪਾਸ ਮਿਲ ਜਾਏ। ਅੱਛਾ, ਉਹਨਾਂ ਤੋਂ ਇਲਾਵਾ ਹਾਂਜੀ, ਮਲਕ ਮਨੀਰ ਸਾਹਿਬ ਹੁੰਦੇ ਸਨ, ਜੀ ਜੀ, ਅੱਲਾਹ ਉਹਨਾਂ ਦੀ ਮਗਫਰਤ ਫਰਮਾਏ। ਆਮੀਨ। ਬੜੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਸੀ ਤੇ ਉਹਨਾਂ ਨੇ ਅੰਡਰ ਪਾਸ ਦੇ ਦਿੱਤਾ। ਅੱਗੋਂ ਉਹਨੂੰ ਸਾਂਭਣ ਵਾਲਾ ਕੋਈ ਨਹੀਂ ਸੀ। ਇਹਦੀ ਕੀ ਵਜ੍ਹਾ ਹੈ? ਉਹ ਬਲਦੀਆ ਦਾ ਕੰਮ ਸੀ ਨਾ ਜੀ। ਇਹ ਗੁੱਗਾ ਚੀਮਾ ਸਾਹਿਬ ਉਦੋਂ ਤਹਿਸੀਲ ਆਜ਼ਮ ਸਨ, ਉਹਨਾਂ ਨੇ ਗੁੱਗਾ ਚੀਮਾ ਨਹੀਂ ਸੀ ਉਦੋਂ ਮਲਕ ਮਨੀਰ ਸੀ। ਹਾਂ, ਤਹਿਸੀਲ ਨਾਲ ਬਿਲਕੁਲ ਠੀਕ ਹੈ। ਹਾਂਜੀ, ਉਦੋਂ ਮਲਕ ਮਨੀਰ ਸੀ, ਗੁੱਗਾ ਚੀਮਾ ਨਹੀਂ ਸੀ। ਬਲਦੀਆ ਨੇ ਉਹਨੂੰ ਸਾਂਭਣਾ ਸੀ। ਜੀ ਜੀ।
ਬਲਦੀਆ ਉਹਨੂੰ ਮਕਸਦ ਵੀ ਫੋਕਸ ਹੀ ਨਹੀਂ ਕਰ ਸਕੀ ਉਹਦੇ 'ਤੇ। ਅਗਰ ਉਹਦਾ ਨਾਲ ਕੰਮ ਹੁੰਦਾ ਰਹਿੰਦਾ, ਸਹੀ। ਅਗਰ ਇੱਕ ਚੀਜ਼ ਬਣ ਗਈ, ਜੀ ਜੀ। ਉਹਦੀ ਪਾਣੀ ਦੀ ਨਿਕਾਸੀ ਦਾ ਮਸਲਾ ਹੈ, ਹਾਂਜੀ। ਤੇ ਉਹ ਹੱਲ ਕੀਤਾ ਜਾ ਸਕਦਾ ਸੀ। ਬਸ ਅਗਰ ਪਾਣੀ ਥੱਲਿਓਂ ਨਿਕਲ ਰਿਹਾ ਹੈ, ਉੱਥੇ ਕੋਈ ਲੈਂਟਰ ਸ਼ੈਂਟਰ ਪਾ ਕੇ ਨਿਜ਼ਾਮ ਚੱਲ ਸਕਦਾ ਸੀ, ਬਿਲਕੁਲ। ਲੇਕਿਨ ਕਿਸੇ ਨੇ ਉਹਦੇ ਤੇ ਤਵੱਜੋ ਨਹੀਂ ਦਿੱਤੀ। ਅੰਡਰਪਾਸ ਦਾ ਅਸਲ ਦੇ ਵਿੱਚ ਹਰ ਬੰਦੇ ਨੇ ਤਮਾਸ਼ਾ ਵੇਖਿਆ, ਆਉਣ ਵਾਲੇ MP MN ਨੇ ਵੀ ਵੇਖਿਆ ਕਿ ਇਹ ਤਮਾਸ਼ਾ ਬਣਿਆ ਰਵੇ ਤੇ ਸਾਡੇ ਵੋਟ ਬੈਂਕ ਤੇ ਇਹ ਅਸਰਅੰਦਾਜ਼, ਦੂਸਰੇ ਮੁਖਾਲਫੀਨ ਦੇ ਵੋਟ ਬੈਂਕ ਤੇ ਅਸਰਅੰਦਾਜ਼ ਹੋਵੇ। ਉਹ ਉਹਨਾਂ ਨੇ ਕੋਸ਼ਿਸ਼ ਕੀਤੀ। ਮੁੜ ਕੇ ਉਹ ਆਪਣੀ ਕੋਸ਼ਿਸ਼ 'ਚ ਲੱਗ ਪਏ। ਜਦੋਂ ਅਸੀਂ ਲੱਗ ਪਏ ਤਹਿਸੀਲ ਦੇ ਚੱਕਰ 'ਚ, ਅਸੀਂ ਲੱਗ ਪਏ ਆਪਣਾ ਅਦਾਲਤਾਂ ਦੇ ਕਿਆਮ ਦੇ ਚੱਕਰ 'ਚ, ਸ਼ਮੀਮ ਅਦਰ ਸਾਹਿਬ ਆਪਣੇ ਅਦਾਲਤਾਂ ਦੇ ਕਿਆਮ ਦੇ ਚੱਕਰ 'ਚ ਲੱਗ ਗਏ। ਸਾਡੇ ਨਾਲੋਂ ਪਹਿਲੇ ਉਹਨਾਂ ਦਾ ਜੁਡੀਸ਼ੀਅਲ ਕੈਂਪਸ ਬਣ ਗਿਆ ਉਹਨਾਂ ਦਾ, ਸਹੀ। ਤੇ ਸਾਡਾ ਬਾਅਦ 'ਚ ਬਣਿਆ। ਤੁਸੀਂ ਵੇਖੋ ਨਾ, ਹੁਣ ਬੁਕਲਾ ਦੀ ਬਾਤ ਆ, ਉਹਨਾਂ ਨੂੰ ਵਕਤ ਮਿਲਿਆ, ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ, ਤਰੱਦਦ ਕੀਤਾ, ਉਹਨਾਂ ਨੇ ਵੀ ਆਪਣਾ ਅਦਾਲਤਾਂ ਦੀ ਬਿਲਡਿੰਗ ਬਣਾਤੀ। ਹਰ ਦੌਰ 'ਚ ਜਿਹੜਾ ਵੀ ਬੰਦਾ ਆਇਆ ਨਾ, ਉਹਨੇ ਆਪਣੇ ਤੌਰ ਤੇ ਕੋਸ਼ਿਸ਼ ਕੀਤੀ, ਠੀਕ ਹੈ ਨਾ। ਮੈਂ ਅੱਗੇ ਵੀ ਕਹਿ ਚੁੱਕਿਆ, ਹੁਣ ਵੀ ਤੁਸੀਂ ਵੇਖੋ ਉਹੀ ਕੋਸ਼ਿਸ਼ਾਂ ਜਾਰੀ ਨੇ, ਲੇਕਿਨ ਚੂੰਕਿ ਉਹਨਾਂ ਕੋਲ ਇਖਤਿਆਰ ਕੋਈ ਨਹੀਂ, ਇਸ ਕਰਕੇ ਉਹ ਬੇਬਸ ਨੇ, ਤੇ ਜਿੰਨਾ ਕੋ ਮੰਗ ਤੰਗ ਕਰ ਸਕਦੇ ਨੇ ਤਰਲਾ ਮਾਰ ਕੇ ਉਹ ਚੱਲ ਰਿਹਾ ਨਿਜ਼ਾਮ। ਲੇਕਿਨ ਸਰੀਹਨ ਜਿਹੜਾ ਨਾ, ਸਾਡੀ ਜੇ ਸਹੀ ਪੁੱਛੋ ਤੇ ਸਾਡੀ ਹਮੇਸ਼ਾ ਤਰੱਕੀ ਉਦੋਂ ਰੁਕੀ ਏ ਜਦੋਂ MP MN ਦੇ ਜ਼ਿਹਨ ਨਹੀਂ ਮਿਲੇ। ਜੀ ਜੀ, ਇਹਦੀ ਗੱਲ ਹੈ। ਸਾਡੀ ਤਰੱਕੀ ਉਦੋਂ ਹੀ ਖਰਾਬ ਹੋਈ ਏ। ਤੁਸੀਂ ਅਗਰ 97 'ਚ ਵੇਖ ਲਓ ਤੇ ਮਲਕ ਮਨੀਰ ਬਰਜੀਸ ਤਾਹਰ ਜ਼ਿਹਨ ਅਲੱਗਾ ਵੀ ਅੱਗੇ ਆ ਜਾਓ। ਉਸ ਤੋਂ ਅਗਲਾ ਟਰੋਲ ਵੇਖ ਲਓ, ਤਾਰਕ ਬਾਜਵਾ ਸਾਹਿਬ ਦਾ, ਬਰਜੀਸ ਤਾਹਰ ਦਾ। ਜੀ ਜੀ। ਤਰੱਕੀ ਆਪਣੀ ਤਰੱਕੀ ਕਰਨੀ ਹੋਰ ਗੱਲ। ਹਾਂਜੀ। ਜਦੋਂ ਤੁਸੀਂ ਮੁਸ਼ਤਰਕਾ ਕਾਵਿਸ਼ ਕਰਦੇ ਜੇ ਨਾ, ਜੀ ਜੀ, ਉਹਦਾ ਮਜ਼ਾ ਕੁਝ ਹੋਰ ਹੁੰਦਾ। ਇਹਨਾਂ ਨੇ ਆਪਣਾ ਵੋਟ ਬੈਂਕ ਬਣਾਉਣ ਵਾਸਤੇ, ਆਪਣਾ ਮਸਲਾ ਹੱਲ ਕਰਨ ਵਾਸਤੇ, ਜਿਹੜਾ ਪਸੰਦ ਨਾ ਪਸੰਦ ਦੀ ਬਾਤ ਸੀ, ਠੀਕ ਹੈ ਨਾ, ਉਹ ਉੱਥੇ ਕਰ ਰਿਹਾ, ਮੈਂ ਉੱਥੇ ਨਹੀਂ ਕਰਨਾ। ਤੁਸੀਂ ਆ ਵੇਖੋ ਇੰਟਰਚੇਂਜ ਦੇ ਇਫਤਤਾਹ ਦੇ ਕੀ ਕੁਛ ਹੋਇਆ। ਇਹ ਸਾਰੇ ਮਾਮਲਾ ਜਿਹੜੇ ਨੇ ਨਾ, ਹਮੇਸ਼ਾ ਜਦੋਂ ਪਾਰਟੀਆਂ ਮੁਸ਼ਤਰਕਾ ਕਾਵਿਸ਼ ਕਰਦੀਆਂ ਨੇ ਫਿਰ ਉਹ ਤਰੱਕੀ ਮਿਲਦੀ ਹੈ। ਜਦੋਂ ਤੁਸੀਂ ਵੇਖੋ ਕਾਰਕੁਨਾਂ ਨੇ, ਇਲਾਕੇ ਦੇ ਜਿਹੜੇ ਹੁੰਦੇ ਨੇ, ਤਨਜ਼ੀਮਾਂ ਨੇ, ਪਾਰਟੀ ਤਨਜ਼ੀਮਾਂ ਨੇ, ਉਹਨਾਂ ਨੇ ਮਸ਼ਵਰੇ ਦੇਣੇ ਹੁੰਦੇ ਨੇ, ਗਾਈਡ ਕਰਨਾ ਹੁੰਦਾ ਹੈ। ਇੱਥੇ ਸਾਨੂੰ ਜ਼ਰੂਰਤ ਹੈ, ਇਸ ਪਿੰਡ 'ਚ ਸਾਨੂੰ ਜ਼ਰੂਰਤ ਹੈ। ਅਗਰ ਇਸ ਪਿੰਡ 'ਚ ਕੋਈ ਅਹੁਦੇਦਾਰ ਹੈ ਤਾਂ ਉਹਨੇ ਕਹਿਣਾ ਇਸ ਪਿੰਡ 'ਚ ਇਹ ਜ਼ਰੂਰਤ ਹੈ, ਠੀਕ ਹੈ ਨਾ। ਜਦੋਂ ਤੁਹਾਡੇ ਪਾਰਟੀ ਵਰਕਰ ਹੀ ਤਕਸੀਮ ਨੇ, ਦੋ ਧੜਿਆਂ ਵਿੱਚ ਤਕਸੀਮ ਨੇ, ਤਾਂ ਤੁਹਾਡੀ ਕੀ ਤਰੱਕੀ ਹੈ? ਤੁਸੀਂ ਫਿਰ ਆਪਣੇ ਤਾਂ ਜਿੰਨਾ ਕੁ ਕਰ ਸਕੇ। ਪ੍ਰੋਗਰਾਮ ਆ ਗਿਆ ਕਿ ਪੱਕੀਆਂ ਸੜਕਾਂ ਪਿੰਡ ਤੋਂ ਮੰਡੀ ਤੱਕ, ਕਾਰਪੋਰੇਟ ਸੜਕਾਂ ਮਿਲ ਗਈਆਂ, ਰੂਟੀਨ 'ਚ ਕੰਮ ਹੋ ਗਏ, ਠੀਕ ਹੈ ਨਾ। ਕੋਸ਼ਿਸ਼ਾਂ ਕੀਤੀਆਂ ਉਹਨਾਂ ਨੇ ਵੀ ਇਹ ਬਣਨੀ ਚਾਹੀਦੀ, ਠੀਕ ਬਣ ਗਈ। ਲੇਕਿਨ 2003 ਤੋਂ 2008 ਦੀ ਗੱਲ ਕਰੀਏ ਅਗਰ, ਇਸ ਦੇ ਦਰਮਿਆਨ ਤੇ ਸ਼ਮੀਮ ਅਦਰ ਸਾਹਿਬ ਹਨ ਸਾਡੇ MN ਨੇ, ਅੰਡਰਪਾਸ ਤੋਂ ਇਲਾਵਾ ਉਹਨਾਂ ਨੇ ਸਾਡੇ ਇਸ ਹਲਕੇ ਵਿੱਚ, ਸਾਡੇ ਸੰਗਲੇ ਦੇ ਵਿੱਚ ਜਾਂ ਸ਼ਾਹਕੋਟ ਤੋਂ ਉਹਨਾਂ ਨੇ ਕਮਾਲ ਬਣਾ ਦਿੱਤਾ ਨਾ। ਸਾਡੇ ਸੰਗਲੇ ਵਾਸਤੇ ਕੀ ਕੀਤਾ ਇਹਨਾਂ ਨੇ? ਉਹ ਸਮਝਦੇ ਸਨ ਕਿ ਜਿਹੜੇ ਮਲਕ ਬਰਾਦਰੀ ਹੈ ਨਾ, ਸਾਡੇ ਤੋਂ ਜ਼ਿਆਦਾ ਬਾਸ ਹੈ, ਬਹੁਤ ਜ਼ਿਆਦਾ ਬਾਸਰ ਹੈ। ਹਾਂ, ਜ਼ਿਆਦਾ ਬਾਸਰ ਹੈ। ਸ਼ਮੀਮ ਅਦਰ ਸਾਹਿਬ ਨੇ ਜਿਹੜਾ ਅੰਡਰਪਾਸ ਤੋਂ ਇਲਾਵਾ ਕੰਮ ਕੀਤਾ ਹੈ, ਉਸ ਆਪਣਾ ਸਟੇਸ਼ਨ ਤੇ ਸ਼ੈੱਡ ਬਣਾਤਾ ਹੈ, ਸਟੇਸ਼ਨ ਨੂੰ ਖੂਬਸੂਰਤ ਕਰਨ ਵਾਸਤੇ ਪੈਕੇਜ ਲੈਣ ਦਾ। ਜੀ ਜੀ, ਇਹ ਕੰਮ ਉਹਨਾਂ ਦੇ ਦੌਰ 'ਚ ਹੋਇਆ ਸੀ, ਠੀਕ ਹੈ ਨਾ। ਨੌਕਰੀਆਂ ਵੀ ਉਹਨਾਂ ਦਿੱਤੀਆਂ ਬੰਦਿਆਂ ਨੂੰ। ਤੇ ਪਰ ਸਾਡੇ ਜਿਹੜਾ ਮਸਲਾ ਹੈ ਨਾ, ਮਸਲਾ ਇਹ ਵੀ ਕਿ ਉਹ ਜਦੋਂ ਉਹਨਾਂ ਨੇ ਮਹਿਸੂਸ ਕੀਤਾ ਵੀ ਮਲਕ ਮਨੀਰ ਕਿ ਆਪ ਬਾਅਸਰ ਔਰ ਹੈ ਵੀ ਸਨ, ਜੀ ਜੀ, ਕੋਈ ਸ਼ੱਕ ਨਹੀਂ। ਤੇ ਉਹਨਾਂ ਨੇ ਆਪਣੇ ਤੌਰ ਤੇ ਜਿਹੜਾ ਕੰਮ ਕੀਤਾ, ਬੜਾ ਹੀ ਮੁਤਾਲਬਾ ਸੀ ਸ਼ਿੱਦਤ ਨਾਲ ਤਹਿਸੀਲ ਦਾ। ਸਹੀ। ਬੜਾ ਹੀ ਮੁਤਾਲਬਾ ਬਾਅਦ 'ਚ ਹੋਇਆ ਅਦਾਲਤਾਂ ਦੇ ਕਿਆਮ ਦਾ। ਉਹਨਾਂ ਨੇ ਪੂਰਾ ਉਹਦੇ ਤੇ ਜ਼ੋਰ ਲਗਾਇਆ ਔਰ ਕਾਮਯਾਬੀ ਮਿਲੀ ਉਹਨਾਂ ਨੂੰ। ਤਹਿਸੀਲ ਆਜ਼ਮ ਦੀ ਗੱਲ, ਸੌਰੀ ਤਹਿਸੀਲ ਦੀ ਗੱਲ ਹੋ ਰਹੀ ਹੈ, ਤੇ ਸਾਡੇ ਸ਼ਹਿਰ ਤਹਿਸੀਲ ਮਿਲੀ। ਤੇ ਇੱਕ ਦਫਾ ਐਸਾ ਵੀ ਹੋਇਆ ਵੇ, ਅਮਜਦ ਜੀ ਸਿੱਧੂ ਸਾਹਿਬ ਕਮੈਂਟ ਵੀ ਕਰਦੇ, ਕਹਿੰਦੇ ਪਏ ਨੇ ਕਿ ਸੰਗਲਾ ਹਿੱਲ ਜ਼ਿਲ੍ਹਾ ਬਣਾਉਣ ਦਾ ਵਾਅਦਾ ਨਵਾਜ਼ ਸ਼ਰੀਫ ਸਾਹਿਬ ਨੇ ਕੀਤਾ ਸੀ,
ਕੀ ਬਣਿਆ ਉਸ ਤੋਂ ਬਾਅਦ ਇਦਾਂ? ਉਹ ਇਲੈਕਸ਼ਨ ਦਾ ਵਾਅਦਾ ਸੀ। ਤਾਂ ਸਿਆਸੀ ਕੰਪੇਨ ਸੀ ਬਸ। ਵੇਖੋ ਮੇਰੀ ਗੱਲ ਸੁਣੋ, ਜਦੋਂ ਨਨਕਾਣਾ ਜ਼ਿਲ੍ਹਾ ਬਣ ਗਿਆ ਤੇ ਜ਼ਿਲ੍ਹੇ ਦੀ ਗੁੰਜਾਇਸ਼ ਤੇ ਨਹੀਂ ਨਾ ਰਹਿੰਦੀ। ਇਹ ਤੇ ਇੱਕ ਮਜ਼ਾਕ ਖੇਰ ਜੀ ਗੱਲ ਹੈ ਅੱਛਾ, ਕਿ ਲੇਕਿਨ ਇਲੈਕਸ਼ਨ ਤੋਂ ਪਹਿਲਾਂ ਵੇਖੋ ਨਾ ਹੁਣ ਤਹਿਸੀਲ ਵੀ ਹੈ। ਜੀ ਜੀ ਤੁਸੀਂ ਤਹਿਸੀਲ ਅਗਰ ਵੇਖੋ ਤਾਂ ਇੱਕ ਥਾਣੇ ਦੇ, ਹਾਂਜੀ ਉਹ ਵੱਖਰੀ ਗੱਲ ਹੈ ਕਿ ਤੁਸੀਂ ਮਹਿਸੂਸ ਕਰੋ ਸਾਡੇ 2 ਥਾਣੇ, ਲੇਕਿਨ ਇੱਕ ਚੌਕੀ ਨੂੰ ਦੂਸਰਾ ਥਾਣਾ ਬਣਾਇਆ ਗਿਆ ਨਾ। ਜੀ ਜੀ ਇੱਕ ਥਾਣੇ ਦੇ ਸਾਡੀ ਤਹਿਸੀਲ ਡੀਐਸਪੀ ਸਰਕਲ ਇੱਕ, ਠੀਕ ਹੈ ਨਾ। ਤੇ ਉਹ ਫਿਰ ਵੀ ਉਹਨਾਂ ਦੀ ਬਹਾਦਰੀ ਹੈ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ, ਬਣ ਗਏ ਸਹੀ। ਲੇਕਿਨ ਮੈਂ ਜਿਹੜੇ ਸਿਆਸਤਦਾਨ ਨੇ ਨਾ, ਜੀ ਜੀ ਮੈਂ ਨਹੀਂ ਇਸ ਗੱਲ ਨੂੰ ਮੰਨਦਾ, ਤਨਕੀਦ ਮੈਂ ਨਹੀਂ ਕਰਦਾ। ਸਹੀ। ਹਰ ਬੰਦੇ ਨੇ ਆਪਣੇ ਵਸਾਤ ਦੇ ਮੁਤਾਬਕ ਕੋਸ਼ਿਸ਼ ਕੀਤੀ, ਜੀ ਜੀ ਠੀਕ ਹੈ ਨਾ। ਇਹਨਾਂ ਦੀ ਆਪਸ ਦੀ ਚਪਕਲਸ਼ ਦੀ ਵਜ੍ਹਾ ਤੋਂ ਕੰਮ ਰੁਕੇ। ਇਹ ਜਿਹੜੇ ਦਾਖਲੀ ਖਾਰਜੀ ਰਾਸਤੇ ਸਨ ਇਹ ਹੋ ਜਾਣੇ ਸੀ। ਆ ਜਾ ਕੇ ਇਹੋ ਹੀ ਜ਼ਿਆਦਾ ਮਾਮਲਾ ਹੈਗਾ ਇਸ ਵਕਤ। ਚਲੋ ਉਹਦੀ ਗੱਲ ਕਰਨੇ ਆ। 2008 ਦੇ ਵਿੱਚ ਯਾਨੀ ਕਿ 7 ਚ ਇਲੈਕਸ਼ਨ ਹੋਣੇ ਸਨ ਐਂਡ ਤੇ ਜਾ ਕੇ, ਲੇਕਿਨ 8 ਦੇ ਵਿੱਚ ਸ਼ੁਰੂ ਚ ਹੋਣੇ ਸਨ ਜਨਵਰੀ ਚ। ਬੇਜੀ ਸਾਹਿਬਾਂ ਦੀ ਵਜ੍ਹਾ ਤੋਂ ਥੋੜਾ ਤਖੀਰ ਨਾਲ ਹੋਏ, ਮਾਰਚ ਚ ਚਲੇ ਗਏ। 8 ਦੇ ਵਿੱਚ ਫਿਰ ਇੱਕ ਦਫਾ ਬਲਜੀਤ ਤਾਹਰ ਸਾਹਿਬ ਹੋਰੀ ਫਿਰ ਮੈਦਾਨ ਚ ਆ ਗਏ, ਮੈਂਬਰ ਬਣ ਗਏ। ਇੱਕ ਨਵਾਂ ਚਿਹਰਾ ਜਿਹੜਾ ਨਾ ਪਿੰਡਾਂ ਥਾਵਾਂ ਦਾ ਬੰਦਾ ਮੁੰਡਾ ਉੱਠਿਆ ਤਾਰਕ ਬਾਜਵੇ ਦੇ ਨਾਂ ਤੇ। ਉਹ ਤਾਰਕ ਬਾਜਵਾ ਸਾਹਿਬ ਦੇ ਆਉਣ ਤੋਂ ਪਹਿਲਾਂ ਦੀ ਗੱਲ ਕਰੀਏ ਤੇ ਮੇਰੇ ਸ਼ਹਿਰ ਦੀ ਰੇਲਵੇ ਸਾਈਡ ਪੂਰੀ ਦੀ ਪੂਰੀ ਆਬਾਦ ਸੀ, ਦੁਕਾਨਾਂ ਸਨ, ਸਾਰਾ ਕੁਝ ਉੱਥੇ ਮੌਜੂਦ ਸੀ। ਬਾਜਵਾ ਸਾਹਿਬ ਦੇ ਆਏ ਨੇ, ਉਹਨਾਂ ਨੇ ਆਉਂਦਿਆਂ ਦੱਸਿਆ ਜੀ ਕਿ ਮੈਂ ਆ ਗਿਆ ਵਾਂ। ਉਹਨਾਂ ਨੇ ਇੱਕ ਸ਼ਹਿਰ ਨੂੰ ਖੂਬਸੂਰਤ ਬਣਾਉਣ ਵਾਸਤੇ ਕਹਿ ਲਓ ਕਿ ਜਿਹੜੀ ਇਹ ਸਭ ਨਾਲੋਂ ਪਹਿਲਾ ਕੰਮ ਉਹਨਾਂ ਨੇ ਇਹ ਕੀਤਾ, ਨਜਾਇਜ਼ ਤਜਾਵਜ਼ਾਤ ਦੇ ਖਿਲਾਫ ਉਹਨਾਂ ਨੇ ਕੰਮ ਕੀਤਾ। ਜਿੰਨੀਆਂ ਵੀ ਸਰਕਾਰੀ ਅਰਾਜ਼ੀ ਸੀ ਉਹਨਾਂ ਨੇ ਉਹਨੂੰ ਮਸਮਾਰ ਕਰਕੇ ਉਹਨੂੰ ਬਿਲਕੁਲ ਕਹਿ ਲਓ ਕਿ ਰੇਲਵੇ ਦੀ ਜਿੰਨੀ ਪਰਲੀ ਲਾਈਨ ਹੈਗੀ ਹੈ ਸਾਰੀ ਉਹਨਾਂ ਨੇ ਉਡਾ ਦਿੱਤੀ ਹੈ। ਉਸ ਤੋਂ ਹਟ ਕੇ ਇਹਨਾਂ ਨੇ ਬਾਜਵਾ ਸਾਹਿਬ ਹੋਰਾਂ ਨੇ, ਬਲਜੀਤ ਤਾਹਰ ਸਾਹਿਬ ਨੇ 2008 ਤੋਂ ਲਾ ਕੇ 2013 ਤੱਕ ਕੀ ਕੰਮ ਕੀਤੇ? ਉਹ ਜਿਹੜੀ ਪਟੜੀ ਤੁਸੀਂ ਸਮਝਦੇ ਜੇ ਨਾ ਕਿ ਰੇਲਵੇ ਰੋਡ ਦੀ ਬਾਤ, ਜੀ ਜੀ ਜੇ ਤੁਸੀਂ ਅਗਰ ਦੁਕਾਨਦਾਰਾਂ ਦਾ ਵੇਖੋ ਤੇ ਉਹ ਮਾਸ਼ੀ ਕਤਲ ਸੀ। ਇੰਜੀ ਗੱਲ ਹੈ। ਉਹ ਆਪਣੀ ਜਗ੍ਹਾ ਤੇ ਹੱਕ ਬਜਾ ਲੰਮੇ, ਵਾਕਿਆ ਉਹਨਾਂ ਨਾਲ ਜ਼ਿਆਦਤੀ ਹੋਈ। ਸਹੀ। ਲੇਕਿਨ ਅਗਰ ਦੂਸਰੀ ਜਾਨਬ ਦੇਖੋ ਤੇ ਅਗਰ ਇਹ ਸੜਕ ਨਾ ਬਣੇ ਤੇ ਅੱਜ ਤਾਂ ਤੁਸੀਂ ਗੁਜ਼ਰ ਨਹੀਂ ਸਕਦੇ, ਸਹੀ। ਟ੍ਰੈਫਿਕ ਨਹੀਂ ਚੱਲ ਸਕਦਾ। ਹਾਂਜੀ, ਮੁਸ਼ਕਿਲ ਸੀ ਕਾਫੀ ਹੱਦ ਤੱਕ ਜਿਹੜਾ ਨਾ ਦੇਖੋ ਕੁਛ ਕਰਨ ਵਾਸਤੇ ਫਿਰ ਕੁਛ ਨਾ ਕੁਛ ਤੇ ਗਵਾਉਣਾ ਪੈਂਦਾ, ਠੀਕ ਹੈ ਨਾ। ਤੁਸੀਂ ਵੇਖ ਲਓ ਇਸ ਦੌਰ 'ਚ ਹੀ ਕਾਰਪੋਰੇਟ ਸੜਕਾਂ ਬਣਨੀਆਂ ਸ਼ੁਰੂ ਹੋਇਆ ਕੰਮ, ਇਸੇ ਕੰਮ ਜੀ ਗੱਲ, ਠੀਕ ਹੈ ਨਾ। ਇਸ ਦੌਰ 'ਚ ਹੀ ਇੰਟਰਚੇਂਜ ਸ਼ੁਰੂ ਹੋਇਆ, ਇੰਜੀ ਗੱਲ ਇਹਨਾਂ ਦੇ ਦੌਰ 'ਚ ਹੀ ਸ਼ੁਰੂ ਹੋਇਆ। ਲੇਕਿਨ ਮੈਂ ਸਮਝਣਾ ਕਿ ਕੰਮ ਬਾਤ ਸਿਰਫ ਇੰਨੀ ਹੈ ਕਿ ਇਹਨਾਂ ਦਾ ਜਿਹੜਾ ਰੌਲਾ ਹੈ ਉਹਨਾਂ ਨੇ ਮਜ਼ੀਦ ਕੰਮ ਨਹੀਂ ਹੋਣ ਕੰਮ ਨਹੀਂ। ਰੌਲਾ ਤੇ ਜਾ ਕੇ ਪਿਆ ਨਾ ਜਦੋਂ 13 ਤੋਂ ਲਾ ਕੇ 18 ਦੇ ਦਰਮਿਆਨ, 13 ਤੋਂ ਪਿਆ 13 ਤੋਂ 18 ਦਰਮਿਆਨ ਦੇ ਵਿੱਚ ਜਾ ਕੇ 3 ਸਾਲ ਦੇ ਇਹਨਾਂ ਦੀ ਬੜੀ ਯਾਰੀ ਦੋਸਤੀ ਰਹੀ। ਉਸ ਤੋਂ ਬਾਅਦ ਦੇਖੋ ਮੇਰੀ ਗੱਲ ਸੁਣੋ, ਉਸ ਦੌਰ 'ਚ ਤੁਸੀਂ ਵੇਖੋ ਕਾਲਜ ਦੀ ਗਵਰਨਮੈਂਟ ਇਸਲਾਮੀਆ ਕਾਲਜ ਦੀ ਨਵੀਂ ਬਿਲਡਿੰਗ ਬਣੀ ਹੈ, ਜੀ ਜੀ ਠੀਕ ਹੈ। ਤੁਸੀਂ ਵੇਖੋ ਟੈਪਟਾ ਬਣੇ ਆ, ਥੋੜੇ ਕੰਮ ਨਹੀਂ ਹੋਏ। ਕੰਮ ਤੇ ਮੈਂ ਸਮਝਣਾ ਕਿ ਕੰਮ ਗਵਰਨਮੈਂਟ ਕਰੋ। ਅਸੀਂ ਤੇ ਜ਼ਬਾਨ ਹਲਾਉਣੀ ਹੈ ਨਾ ਵੀ ਸਾਨੂੰ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ, ਤੇ ਕਈ ਲੋਕ ਨੇ ਉਹ ਇਹ ਵੀ ਨਹੀਂ ਹਲਾਉਂਦੇ, ਕੰਮ ਹੋ ਜਾਂਦਾ। ਲੇਕਿਨ ਅਗਰ ਤੁਸੀਂ ਦੌਰ ਵੇਖੋ ਤੇ ਅੱਛੇ ਦੌਰ ਸਨ, ਲੇਕਿਨ ਬਾਕੀ ਇਹ ਤੇ ਇਨਸਾਨ ਤੇ ਖੁਸ਼ ਹੁੰਦਾ ਹੀ ਨਹੀਂ। ਸਹੀ ਗੱਲ। ਇਹ ਤੇ ਇਨਸਾਨ ਦੀ ਨੇਚਰ ਹੈ, ਇਨਸਾਨ ਖੁਸ਼ ਹੁੰਦਾ ਹੀ ਨਹੀਂ, ਉਹ ਮੰਗਦਾ ਹੀ ਰਹਿੰਦਾ ਕੁਛ ਨਾ ਕੁਛ। ਮੈਂ ਨਹੀਂ ਸਮਝਦਾ ਵੀ ਚੂੰਕਿ ਸਿਆਸਤ ਨਾਲ ਕਾਫੀ ਹੱਦ ਤੱਕ ਟੱਚ ਰਹੇ, ਇਹਨਾਂ ਲੋਕਾਂ ਦੀ ਮਿਹਨਤ ਨਜ਼ਰ ਆਉਂਦੀ ਰਹੀ, ਭਾਵੇਂ ਕੋਈ ਵੀ ਸਿਆਸਤਦਾਨ, ਜੀ ਜੀ ਮਲਕ ਮਨੀਰ ਸੀ, ਨਜ਼ਰ ਆਉਂਦੀ ਰਹੀ ਮਿਹਨਤ, ਬਲਜੀਤ ਤਾਹਰ ਸੀ, ਨਜ਼ਰ ਆਉਂਦੀ ਰਹੀ ਮਿਹਨਤ, ਬਾਜਵਾ ਸਾਹਿਬ ਨੇ ਨਜ਼ਰ ਆਉਂਦੀ ਰਹੀ ਮਿਹਨਤ, ਠੀਕ ਹੈ ਨਾ। ਸਹੀ। ਅਸਲ ਬਾਤ ਇਹ ਵੇ ਕਿ ਜਾਂ ਤੇ ਤੁਸੀਂ ਕਹੋ ਵੀ ਇਹਨਾਂ ਸਿਰਫ ਬਾਤ ਇਹ ਮੈਂ ਤੁਹਾਨੂੰ ਦੱਸਿਆ ਕਿ ਜਾਂ ਤੇ ਇੱਕ ਦੋ ਗੱਲਾਂ ਹੋਈਆਂ ਨੇ, ਇੱਕ ਤੇ ਤਰੱਕੀ ਰੁਕੀ ਇਹਨਾਂ ਦੀ ਆਪਸ ਦੀ ਨਾਰਾਜ਼ਗੀਆਂ ਦੀ ਵਜ੍ਹਾ ਤੋਂ, ਇੱਕ ਜਿਹੜੀ ਦੂਸਰੀ ਬਾਤ ਹੈ ਇਹ ਕੰਮ ਜਿਹੜੇ ਆ ਬਹੁਤ ਸਾਰੇ ਠੀਕ ਨਹੀਂ। ਵੇਖੋ ਨਾ ਹੁਣ ਤੁਸੀਂ ਅਗਰ ਹਿਲ ਪਾਰਕ ਦੇ ਸਾਹਮਣੇ ਸੜਕ ਵੇਖੋ, ਸੜਕ ਤੇ ਬਣ ਗਈ,
ਤੁਸੀਂ ਉਹਦੇ ਜਿਹੜਾ ਨਾਲ ਨਾਲਾ ਬਣਾਇਆ ਉਹਦੀ ਨਿਕਾਸੀ ਨਹੀਂ ਠੀਕ ਰੱਖੀ, ਪਾਣੀ ਉਹਦੇ ਤੱਕ ਪਹੁੰਚਦਾ ਨਹੀਂ ਜਾਂ ਉਹਦੇ ਚੋਂ ਅੱਗੇ ਨਹੀਂ ਜਾਂਦਾ। ਹਾਂਜੀ, ਠੀਕ ਹੈ ਨਾ। ਪਾਣੀ ਤਾਂ ਖੜਾ ਰਹਿੰਦਾ, ਪਾਣੀ ਸੜਕ ਉੱਤੇ ਹੀ, ਪਾਣੀ ਜਾਂਦਾ ਹੀ ਕਿਸੇ ਪਾਸੇ ਨਹੀਂ ਹੈਗਾ। ਉਹ ਫਿਰ ਹੁਣ ਵੇਖੋ ਨਾ, ਇਹ ਹੋ ਗਿਆ, ਤੁਸੀਂ ਉੱਥੇ ਹੀ ਚੱਲ ਜਾਓ ਨਾ, ਹਾਂਜੀ ਹਿਲ ਪਾਰਕ ਬਣਿਆ, ਬਹੁਤ ਵੱਡਾ ਮਨਸੂਬਾ। ਮੈਂ ਸਮਝਦਾ ਕਿ ਤੁਹਾਡੇ ਕੋਲ ਜਾਣ ਨੂੰ ਜਗ੍ਹਾ ਹੀ ਨਹੀਂ ਸੀ ਹੈ ਕਿਤੇ, ਹਾਂਜੀ ਜਾ ਕੇ ਕਿਤੇ ਗੱਪਸ਼ਪ ਮਾਰ ਲਓ, ਕਿਤੇ ਵਾਕ ਕਰ ਲਓ, ਕਿਤੇ ਚਾਰ ਦੋਸਤ ਇਕੱਠੇ ਹੋ ਕੇ ਚੱਲ ਜਾਓ। ਹੁਣ ਤੁਹਾਡੇ ਕੋਲ ਜਗ੍ਹਾ ਹੈ। ਲੇਕਿਨ ਜਿਹੜੀ ਸੀੜੀਆਂ ਲਾਈਆਂ ਨੇ ਤੁਸੀਂ ਮਲਕ ਮਰੀਜ਼ ਸਾਹਿਬ ਨੂੰ ਕ੍ਰੈਡਿਟ ਦਿੱਤਾ ਹੀ ਨਹੀਂ ਹੈਗਾ। ਨਹੀਂ, ਉਹ ਮਲਕ ਮਰੀਜ਼ ਦੇ ਦੌਰ 'ਚ ਕੁਛ ਗੱਲਾਂ, ਹਰ ਗੱਲ ਮੈਂ ਤਾਂ ਸਮਝਣਾ ਹੈ ਕਿ ਮੈਂ ਤੁਹਾਡੇ ਨਾਲ ਗੱਲ ਮੁਕਾਈ ਹੈ ਕਿ ਆਪਣੀ ਵਸਾਤ ਦੇ ਮੁਤਾਬਕ ਹਰ ਬੰਦੇ ਨੇ ਕੋਸ਼ਿਸ਼ ਕੀਤੀ ਹੈ, ਹਰ ਬੰਦੇ ਨੇ ਆਪਣਾ ਇਨਸਾਫ ਕੀਤਾ। ਵੇਖੋ ਮੇਰੀ ਗੱਲ ਸੁਣੋ, ਜੀ ਜੀ ਅਸੀਂ ਅਗਰ ਲੋਕ ਮਕਾਨ ਬਣਾਉਂਦੇ ਆ ਨਾ, ਤੇ ਅਕਸਰੀਅਤ ਸਾਡਾ ਇਹ ਵੇ ਲੋਕਾਂ ਦਾ ਹਾਲ ਕਿ 2-3 ਸਟੈਪ 'ਚ ਬਣਾ, ਠੀਕ ਹੈ ਨਾ। ਮਕਾਨ ਤਿਆਰ ਕਰ ਲਿਆ, ਪਲਸਤਰ ਨਹੀਂ ਹੋਇਆ, ਪਲਸਤਰ ਹੋ ਗਿਆ, ਮੁੜ ਕੇ ਪੈਰਿੰਗ ਰਹਿ ਗਈ, ਤੇ ਸੋ ਹੀ ਬਾਤ ਆ ਵੀ ਉਹ ਵੀ ਤੇ ਕੰਮ ਕਰ ਰਿਹਾ। ਹਰ ਬੰਦੇ ਨੇ ਜਿੰਨੇ ਕੁ ਜੋਗਾ ਹੈ ਸੀ, ਜੇ ਉਹਨੂੰ ਨਾਲੀ ਮਿਲੀ ਉਹ ਨਾਲੀ ਲੈ ਆਇਆ, ਜੇ ਉਹਨੂੰ ਗਲੀ ਮਿਲੀ ਉਹ ਗਲੀ ਲੈ ਆਇਆ, ਜੇ ਉਹਨੂੰ ਸੜਕ ਮਿਲੀ ਉਹ ਸੜਕ ਲੈ ਆਇਆ। ਜੇ ਉਹਨੇ ਸਵਾਲ ਵੱਡੀ ਸੜਕ ਦਾ ਕੀਤਾ, ਉਹਨੂੰ ਛੋਟੀ ਮਿਲ ਗਈ ਉਹ ਛੋਟੀ ਲੈ ਆਇਆ। ਲੇਕਿਨ ਮੈਂ ਸਮਝਦਾ ਕਿ ਹਰ ਬੰਦਾ ਜਿਹੜਾ ਨਾ ਸਿਆਸਤਦਾਨਾਂ ਨੂੰ ਇਲਜ਼ਾਮ ਧਰਦਾ ਹੈ ਕਿ ਉਹਨਾਂ ਨੇ ਕੱਖ ਨਹੀਂ ਕੀਤਾ, ਲੇਕਿਨ ਮੈਂ ਹੁਣ ਵੀ ਕਹਿਣਾ ਕਿ ਹਰ ਸਿਆਸਤਦਾਨ ਨੇ ਆਪਣੀ ਕੋਸ਼ਿਸ਼ ਦੇ ਮੁਤਾਬਕ ਇਨਸਾਫ ਕੀਤਾ ਜਿੰਨਾ ਉਹ ਕਰ ਸਕਦੇ ਨੇ। ਇਹਦੇ ਤੇ ਮੈਂ ਇਸ ਗੱਲ ਦੇ ਮੈਂ ਕਾਇਮ ਹਾਂ। ਤੇ ਬਾਜਾ ਸਾਹਿਬ ਦਾ ਜਿਹੜਾ ਦੌਰ ਹੈਗਾ 2008 ਤੋਂ 13 ਤੱਕ ਤੇ ਹੋ ਗਿਆ, 13 ਤੋਂ ਬਾਅਦ ਦੀ ਗੱਲ ਕਰੀਏ ਤੇ ਫਿਰ ਕੀ ਸੂਰਤ ਹਾਲ ਹੈ? ਜਦੋਂ ਕਹਿ ਲਓ 18 ਦੇ ਵਿੱਚ ਜਦੋਂ ਹਟ ਗਏ ਨਾ, 13 ਤੋਂ 18 ਦੇ ਦਰਮਿਆਨ ਵਿੱਚ ਬੇਸ਼ੁਮਾਰ ਤੁਸੀਂ ਵੇਖੋ, ਬਾਜਵਾ ਸਾਹਿਬ ਦਾ ਵੀ ਵੇਖ ਲਓ, ਬੇਸ਼ੁਮਾਰ ਉਹਨਾਂ ਨੇ ਬਹੁਤ ਸਾਰੇ ਸਟੇਡੀਅਮ ਬਣਾਏ ਪਿੰਡਾਂ ਦੇ ਵਿੱਚ, ਬਹੁਤ ਸਾਰੇ ਸਕੂਲ ਅਪਗ੍ਰੇਡ ਹੋਏ, ਸਹੀ ਸੜਕਾਂ ਬਹੁਤ ਸਾਰੀਆਂ ਬਣੀਆਂ। ਜੀ ਜੀ ਕਿੱਡਾ ਪਰੇਸ਼ਾਨੀ ਸੀ ਇਹ ਘੁਲੇ ਬਾਜਵੇ ਰੋਡ ਦੀ ਲੋਕਾਂ ਨੂੰ, ਜੀ ਜੀ ਬਣੀ, ਬਿਲਕੁਲ ਬਣੀ, ਠੀਕ ਹੈ ਨਾ। ਬਹੁਤ ਸਖਤ ਮੁਤਾਲਬਾ ਸੀ ਤੇ ਉਹ ਫੌਰੀ ਤੌਰ ਤੇ ਬਣੀ ਜੀ ਗੱਲ। ਲੇਕਿਨ ਬਾਅਦ ਮੈਂ ਇਹੋ ਹੀ ਕਰ ਰਿਹਾ ਵੀ ਹਰ ਬੰਦੇ ਨੇ ਆਪਣੀ ਕੋਸ਼ਿਸ਼ ਕੀਤੀ ਹੈ। ਹੁਣ ਤੁਸੀਂ, ਮੈਂ ਫਿਰ ਉਹੀ ਗੱਲ ਕਰਾਂਗਾ, ਕਿਹੜਾ ਬੰਦਾ ਮੈਨੂੰ ਦੱਸੋ ਵੀ ਕੋਸ਼ਿਸ਼ ਨਹੀਂ ਕੀਤੀ? ਤਾਲੀਮ ਦੇ ਮੈਦਾਨ 'ਚ ਤੁਸੀਂ ਠੀਕ, ਹੈਲਥ ਦੇ ਮੈਦਾਨ 'ਚ ਤੁਸੀਂ ਠੀਕ ਜੀ। ਹੁਣ ਤੁਸੀਂ ਕੀ ਚਾਹੁੰਦੇ ਜੀ? ਵੇਖੋ ਮੇਰੀ ਗੱਲ ਸੁਣੋ, ਤਾਹਰ ਮਨੀਤ ਚੀਮਾ ਸੀ ਜੀ ਜੀ, ਉਹਦੇ ਫੰਡ ਰੋਕੇ ਗਏ, ਬੇਬਸ ਆਦਮੀ ਸੀ, ਲੇਕਿਨ ਜਿੰਨੇ ਜੋਗਾ ਆਇਆ ਸੀ ਉਹਦੇ ਕੋਲ ਜਿੰਨਾ ਇਖਤਿਆਰ ਆਇਆ ਉਹਨੇ ਬਲਦੀਆ ਦਾ ਦਫ਼ਤਰ ਬਣਵਾ ਦਿੱਤਾ। ਗੱਲ ਫਿਰ ਉੱਥੇ ਆਈ ਕਿ ਹਰ ਬੰਦੇ ਨੇ ਆਪਣੀ ਕੋਸ਼ਿਸ਼ ਕੀਤੀ। ਤੁਸੀਂ ਅਗਰ ਇੱਥੇ ਕਿਸੇ MP MN ਕੋਈ ਬਲਦੀਆ ਆਪਣੀ ਗਲੀ ਪਰ ਲੈਣਾ ਚਾਹੋ ਤੇ ਤੁਹਾਨੂੰ ਸਾਲ ਲੱਗ ਜਾਣਗੇ ਕਿ ਉਸ ਗਲੀ ਦਾ ਮੁਤਾਲਬਾ ਪੇਸ਼ ਕਰਕੇ, ਤੇ ਫਿਰ ਉੱਥੇ ਬੜੇ ਬੜੇ ਲੋਕ ਬੈਠੇ ਹੁੰਦੇ ਨੇ, ਉੱਥੋਂ ਵੀ ਤਾਂ ਕਿਸੇ ਨੇ ਫੰਡ ਲਿਆਉਣਾ ਤੇ ਜੋ ਆਪਣਾ ਜਾਂ ਤੇ ਉਹਨਾਂ ਨੇ ਤਰਲਾ ਕਰਕੇ ਲਿਆਉਣਾ ਜਾਂ ਆਪਣਾ ਅਖਲਾਕ ਵਿਖਾ ਕੇ ਲਿਆਉਣਾ, ਆਪਣਾ ਪਿਆਰ ਵਿਖਾ ਕੇ ਲਿਆਉਣਾ। ਲੇਕਿਨ ਵੇਖੋ ਨਾ, ਅਗਰ ਆਪਣੀ ਆਵਾਮ ਦਾ ਮੁਤਾਲਬਾ ਅੱਛੇ ਤਰੀਕੇ ਨਾਲ ਪੇਸ਼ ਕਰਦੇ ਨੇ ਤੇ ਫੇਰ ਹੀ ਫੰਡ। ਜੀ ਜੀ, ਫੰਡ ਦੀ ਗੱਲ ਕਰ ਰਹੇ ਤੁਸੀਂ, ਜਿਸ ਤਰ੍ਹਾਂ ਇੰਟਰਚੇਂਜ ਦੀ ਗੱਲ ਕਰ ਰਹੇ ਸੀ, ਇੰਟਰਚੇਂਜ ਤੋਂ ਸ਼ਾਹਕੋਟ ਰੋਡ ਬਹੁਤ ਅਹਿਮ ਸੀ, ਕਾਰੋਬਾਰੀ ਲਿਹਾਜ਼ ਨਾਲ ਵੀ, ਆਮਦਨ-ਰਫਤ ਦੇ ਲਿਹਾਜ਼ ਨਾਲ ਵੀ, ਹਰ ਕਿਸਮ ਦੇ ਮਾਮਲਾਤ ਦੀ ਗੱਲ ਕਰੀਏ ਨਾ ਬਹੁਤ ਅਹਿਮ ਸੀ। ਸ਼ੁਰੂ ਹੋਇਆ ਪ੍ਰੋਜੈਕਟ 42 ਤੱਕ ਚੱਲਿਆ, ਸ਼ਾਹਕੋਟ ਤੋਂ ਪਹਿਲਾਂ ਲੋਕੀ ਗੇਮ ਚੱਲਦੀ। ਮੈਂ ਮੌਜੂਦਾ MP ਸਾਹਿਬ ਹੋਰਾਂ ਕੋਲ ਸਵਾਲ ਪੁੱਛਿਆ ਜੀ ਸੜਕ ਕਿਉਂ ਨਹੀਂ ਬਣਦੀ? ਫਿਰ ਉਹਨਾਂ ਦੱਸਿਆ ਜੀ ਕਿ ਇੱਕ ਅਰਬ ਤੇ 42 ਕਰੋੜ ਦਾ ਪ੍ਰੋਜੈਕਟ ਸੀ ਤੇ ਕੰਮ ਚੱਲ ਰਿਹਾ ਸੀ ਤੇ ਬਾਜਾ ਸਾਹਿਬ ਨੇ ਫੰਡ ਰੋਕ ਦਿੱਤਾ। ਫਿਰ ਕੁਝ ਮਹੀਨਿਆਂ ਬਾਅਦ ਮੇਰਾ ਇੰਟਰਵਿਊ ਬਾਜਾ ਸਾਹਿਬ ਨਾਲ ਹੋਇਆ ਤੇ ਮੈਂ ਹੀ ਸਵਾਲ ਕਰ ਦਿੱਤਾ ਜੀ ਕਿ MP ਸਾਹਿਬ ਇਹ ਗੱਲ ਕਹਿਣ ਦੇ ਨੇ, ਉਹ ਕਹਿੰਦੇ ਜੀ ਮੈਂ ਨਹੀਂ ਫੰਡ ਰੋਕਿਆ ਹੈਗਾ। ਜੇ ਮੈਂ ਇਹੀ ਸਵਾਲ ਕੀਤਾ ਆਪਣੇ ਮੌਜੂਦਾ ਜਿਹੜੇ ਸਾਡੇ ਕਾਰਕੁਨ ਨੇ PTI ਦੇ ਜਾਂ ਜਿਹੜੇ ਅਰਕਾਨ ਨੇ ਜਾਂ ਉਹਦੇ ਦੌਰਾਨ ਨੇ ਲੀਡਰਾਂ ਨੇ ਉਹਨਾਂ ਤੋਂ ਸਵਾਲ ਕੀਤਾ, ਉਹਨੂੰ ਕਹਿੰਦੇ ਨੇ ਜੀ ਕਿ ਪਿਛਲੀ ਗੌਰਮੈਂਟ ਨੇ ਹੀ ਉਹ ਆਪਸ ਵਿੱਚ ਜਬਰ ਉਹਨੂੰ ਕੈਂਸਲ ਹੋ ਗਿਆ ਪ੍ਰੋਜੈਕਟ, ਜਾਂ ਇਹਦੇ ਜਿਹੜੇ ਮਾਮਲਾਤ ਅੱਗੇ ਨਹੀਂ ਵੱਧ ਸਕਦੇ ਹੈਗੇ। ਉਹਨਾਂ ਦੀ ਜ਼ਾਤੀ ਨਾਰਾਜ਼ਗੀ ਦੀ ਵਜ੍ਹਾ ਤੋਂ ਸੰਗਲ ਹਿਲਦੀ, ਬਲਕਿ ਪੂਰੇ ਇਲਾਕੇ ਦੀ ਆਵਾਮ ਨੂੰ ਜਿਹੜਾ ਨੁਕਸਾਨ ਹੋ ਰਿਹਾ।
ਉਹਦਾ ਜ਼ਿੰਮੇਦਾਰ ਤੁਸੀਂ ਕਿਸ ਸਿਆਸਤਦਾਨ ਨੂੰ ਕਹੋਗੇ? ਮਾਲੀ ਮਫਾਦਾਤ। ਨਹੀਂ, ਜੇਕਰ ਕੋਈ ਤਾਂ ਜ਼ਿੰਮੇਦਾਰ ਹੈ ਨਾ ਭਾਈਜਾਨ, ਜ਼ਿੰਮੇਦਾਰ ਸਿਰਫ ਮਾਲੀ ਮਫਾਦਾਤ ਨੇ, ਚਲੋ ਕੁਝ ਕੋਈ ਉਸ ਤੋਂ ਸਿਵਾ ਕੁਛ ਨਹੀਂ ਹੈ। ਇਹ ਹੋ ਸਕਦਾ ਗੱਲ ਬਹੁਤ ਤਕਲੀਫ ਦੇਵੇ, ਲੇਕਿਨ ਇਸ ਤੋਂ ਇਲਾਵਾ ਕੁਛ ਨਹੀਂ ਸੀ। ਜੋ ਕੀਤਾ ਹੈਗਾ ਵੀ ਇਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਕੀਤਾ ਹੈਗਾ, ਜਾਣਬੁੱਝ ਕੇ ਕੀਤਾ ਇਹਨਾਂ ਨੇ, ਕਹਿ ਸਕਦੇ ਜੇ ਜਾਣਬੁੱਝ ਕੇ ਕੀਤਾ ਹੈਗਾ। ਜਦੋਂ ਤੁਸੀਂ ਇੱਕ ਦੂਸਰੇ ਨੂੰ ਨੀਚਾ ਵਿਖਾਣਾ ਹੈ, ਜੀ ਜੀ, ਤੁਹਾਡਾ ਪ੍ਰੋਗਰਾਮ ਮੈਂ ਨਹੀਂ ਸਿਰੇ ਚੜਨ ਦੇਣਾ, ਮੇਰਾ ਤੁਸੀਂ ਨਹੀਂ ਸਿਰੇ ਚੜਨ ਦੇਣਾ, ਇਹ ਤਾਂ ਸਰਦ ਜੰਗ ਜਾਰੀ ਰਹੀ ਨਾ, ਇਹਨੂੰ ਤਾਂ ਤੁਸੀਂ ਕਹਿ ਹੀ ਨਹੀਂ ਸਕਦੇ। ਦੇਖੋ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਕਬਾਹਤਾਂ ਪੈਦਾ ਕਰਤੀਆਂ ਨੇ। ਅਗਰ ਮੈਂ ਇਸ ਪਲੇਟਫਾਰਮ 'ਤੇ ਬਹਿ ਕੇ ਗੱਲਾਂ ਕਰਾਂ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਬਾਹਤਾਂ ਪੈਦਾ ਕਰਦੀਆਂ। ਸਹੀ ਬਾਤ ਅਸਲ ਇਹ ਹੋਈ ਰੱਸਾਕਸ਼ੀ। ਸਹੀ, ਮੈਂ ਤੁਹਾਨੂੰ ਦੱਸਿਆ ਕਿ ਇਹਦੀ ਵਜ੍ਹਾ ਤੋਂ ਤਰੱਕੀ ਦੀ ਰਫ਼ਤਾਰ ਘੱਟ ਹੋਈ। ਮੈਂ ਤੁਹਾਡਾ ਪ੍ਰੋਗਰਾਮ ਡੱਕਣਾ ਚਾਹ ਰਿਹਾ, ਤੁਸੀਂ ਮੇਰਾ ਡੱਕਣਾ ਚਾਹ ਰਹੇ, ਮੰਨਣਾ ਇਹਨਾਂ ਕੋਈ ਨਹੀਂ, ਲੇਕਿਨ ਹਕੀਕਤ ਇਹ ਹੋਈ ਜੀ। ਇੰਜੀ ਗੱਲ ਹੈ। ਥੋੜ੍ਹਾ ਜਿਹਾ ਅੱਗੇ ਵਧੀਏ। ਬਾਜਾ ਸਾਹਿਬ ਦੀ ਬਲਜੀਤ ਸਾਹਿਬ ਦੀ ਲੜਾਈ ਹੋ ਗਈ, ਇਲਾਕੇ ਨੂੰ ਨੁਕਸਾਨ ਹੋਣਾ ਸੀ, ਹੋ ਗਿਆ, ਔਰ ਬੜੀ ਗੱਲ ਵੀ ਨਹੀਂ, ਇੱਕ ਆਮ ਗੱਲ ਹੈ। ਨਹੀਂ, ਨੁਕਸਾਨ ਇੰਨਾ ਨਹੀਂ, ਤੁਸੀਂ ਉਹ ਨਹੀਂ ਕਹਿ ਸਕਦੇ ਕਿ ਨੁਕਸਾਨ ਹੋਇਆ ਜੇ ਕੰਮ ਬਹੁਤ ਹੋਇਆ। ਨੁਕਸਾਨ ਵੀ ਹੋਇਆ, ਕੰਮ ਬਹੁਤ ਹੋਇਆ। ਨਹੀਂ, ਉਸ ਤੋਂ ਬਾਅਦ ਸਾਨੂੰ ਕੰਮ ਖਾਤਰ ਖਵਾ ਨਜ਼ਰ ਨਹੀਂ ਆਇਆ ਜਿਵੇਂ ਪਹਿਲਾਂ ਪਹਿਲਾਂ ਹੁੰਦਾ ਕਿ ਉੱਪਰ ਬਲਜੀਤ ਸਾਹਿਬ ਦਾ ਨਾਮ, ਥੱਲੇ ਬਾਜਾ ਸਾਹਿਬ ਦਾ ਨਾਮ, ਤਾਂ ਕਿ ਜਦੋਂ ਉਹਨਾਂ ਦਾ ਜੱਜ ਡਿਗਰੀ ਦਾ ਰੌਲਾ ਵੀ ਸੀ, ਇਸ ਦੇ ਬਾਵਜੂਦ ਉਹ ਸਵਾ ਸਾਲ ਉਹ ਤਾਂ ਤੁਹਾਨੂੰ ਮੈਂ ਪਹਿਲੇ ਕਹਿ ਚੁੱਕਾ, ਲਗਾਉਂਦੇ ਰਹੇ, ਤਖਤੀਆਂ ਲਗਾਉਂਦੇ ਨੇ, ਕੰਮ ਸ਼ਾਮ ਹੁੰਦੇ ਰਹੇ। ਉਹ ਤੇ ਮੈਂ ਪਹਿਲੇ ਕਹਿ ਚੁੱਕਿਆ ਕਿ ਇਹ ਆਪਸ ਦੀ ਚਪਕਲਸ਼ ਦੀ ਵਜ੍ਹਾ ਤੋਂ ਤਰੱਕੀ ਦੀ ਰਫ਼ਤਾਰ ਘਟਿਆ। ਠੀਕ ਹੋ ਗਿਆ। 2018 ਆ ਗਿਆ, ਐਸਾ ਦੌਰ ਆਇਆ ਜਿਹਦੇ ਵਿੱਚ ਤਬਦੀਲੀ ਆਈ। ਖਾਨ ਸਾਹਿਬ ਆਪਣੀ ਤਵੀਲ ਤਰੀਨ ਜਦੋਜਹਿਦ ਤੋਂ ਬਾਅਦ ਵਜ਼ੀਰ ਆਜ਼ਮ ਦੀ ਕੁਰਸੀ ਤੇ ਬੈਠ ਗਏ। ਸਾਡੇ ਸ਼ਹਿਰ ਦੇ ਵਿੱਚ ਰਵਾਇਤ ਚੱਲੀ ਕਿ ਹਰ ਸਦੀ ਵਿੱਚ ਅਸੀਂ 3-3 ਦਫਾ MNA ਬਣਾਉਣਾ ਬਲਜੀਤ ਸਾਹਿਬ ਨੂੰ। ਰਵਾਇਤ ਨਾ ਪਿਛਲੀ ਸਦੀ 3 ਦਫਾ ਮੁਸਤਫਾ ਬਣਾਇਆ ਵੇ, ਚੌਥੀ ਦਫਾ ਅਸਾਂ ਨਹੀਂ ਬਣਾਇਆ, ਹੁਣ ਫਿਰ ਤੀਜੀ ਦਫਾ ਬਣ ਗਏ ਨੇ, ਚੌਥੀ ਦਫਾ ਆਵਾਮ ਨੇ ਕੋਈ ਨਹੀਂ ਬਣਾਉਣਾ, ਜੋ ਅਸਰਾਰ ਨਜ਼ਰ ਆ ਰਹੇ ਨੇ। ਬਹਰਹਾਲ ਉਹ ਤੁਸੀਂ ਉਹਦੇ ਬਾਰੇ 'ਚ ਕੀ ਕਹਿੰਦੇ ਜੇ? ਮੈਂ ਨਹੀਂ ਸਮਝਦਾ ਗੱਲ ਪਤਾ ਕੀ ਹੈ, ਤੁਸੀਂ ਕੋ ਦਾਦੋ ਸ਼ੁਮਾਰ ਜਿਹੜੇ ਨੇ ਨਾ ਉਹ ਠੀਕ ਰੱਖੇ ਨੇ। ਤੁਸੀਂ ਸਿਤਾਰਿਆਂ ਦੇ ਇਲਮ ਨੂੰ ਬਿਹਤਰ ਜਾਣਦੇ ਜੇ, ਜਾਂ 3 ਸਾਲ ਬਾਅਦ ਇੰਝ ਹੋਣਾ, 3 ਸਾਲ ਬਾਅਦ ਇਹ ਤੇ ਵੇਖੋ ਜੀ, ਇਹ ਤੇ ਜਿਹੜਾ ਬੰਦਾ ਸਿਤਾਰਿਆਂ ਦੇ ਇਲਮ ਨੂੰ ਸਮਝਦਾ ਹੈ ਉਹ ਹੀ ਬੰਦਾ ਗੱਲ ਕਰ ਸਕਦਾ। ਮੇਰਾ ਤਾਂ ਕੋਈ ਯਕੀਨ ਨਹੀਂ, ਮੈਂ ਇਹਦੇ ਬਾਰੇ ਕੁਝ ਨਹੀਂ ਕਰ ਸਕਦਾ। ਗੱਲ ਸਿਰਫ ਇੰਨੀ ਹੈ ਕਿ ਜਿਹੜਾ ਮੌਜੂਦਾ ਸੂਰਤ ਹਾਲ ਹੈ ਨਾ, ਇਹ ਜਗਾੜ ਦੀ ਸਿਆਸਤ ਹੁਣ ਜਿਹੜੀ ਚੱਲ ਰਹੀ ਹੈ ਨਾ, ਤਰੀਕੇ ਇਨਸਾਫ ਵਾਲੀ ਜਗਾੜ ਦੀ ਸਿਆਸਤ, ਤਰੀਕੇ ਇਨਸਾਫ ਵਾਲੀ ਜਾਂ ਸਾਡੇ ਸ਼ਹਿਰ ਦੀ, ਸਾਡੇ ਇਲਾਕੇ ਦੇ। ਅੱਛਾ, ਤੁਸੀਂ ਇਹਨੇ 117 ਲਾ ਲਓ, PP 132 ਲਾ ਲਓ, ਜਗਾੜ ਦੀ ਸਿਆਸਤ ਹੈ, ਵੋਟਾਂ ਦੀ ਸਿਆਸਤ ਨਹੀਂ। ਇਹ ਤੁਹਾਨੂੰ ਚੰਦ ਦਿਨਾਂ ਤੱਕ ਪਤਾ। ਜਗਾੜ ਤੋਂ ਕੀ ਮੁਰਾਦ ਹੈਗਾ? ਮੈਂ ਅਗਰ ਪੋਸਟਰ ਚੈੱਕ ਕਰਾਂ ਨਾ, ਮਿਸਾਲ ਤੌਰ ਤੇ ਜਗਾੜ ਤੋਂ ਮੁਰਾਦ ਪਤਾ ਕੀ ਹੈ? ਜਗਾੜ ਤੋਂ ਮੁਰਾਦ ਹੈ ਕਿ ਉਹ ਬੰਦਾ ਖਲੋ ਜਾਵੇ ਜਾਂ ਉਹਨੂੰ ਨੁਕਸਾਨ ਪਹੁੰਚਦਾ ਹੈ, ਉਹਦੀ ਜਗ੍ਹਾ ਤੇ ਮੈਂ ਉਹ ਬੰਦਾ ਖਿਲਾਰ ਦਿਆਂ। ਮਿਸਾਲ ਆ, ਕੋਈ ਕਹਿੰਦਾ ਮੈਂ MNA ਅੱਛਾ ਲੈ ਲਵਾਂ, ਕੋਈ ਕਹਿੰਦਾ ਮੈਂ MP ਅੱਛਾ ਲੈ ਲਵਾਂ। ਉਹ ਇਹ ਜਗਾੜ ਲੱਗ ਰਹੇ ਨੇ। ਤੁਹਾਨੂੰ ਨਜ਼ਰ ਵੀ ਆ ਜਾਏਗਾ ਕੋਈ 2 4 5 ਮਹੀਨੇ 6 ਮਹੀਨੇ ਦੇ ਵਿੱਚ, ਤੇ ਕੁਛ ਤੁਹਾਡੇ ਇਲਮ 'ਚ ਵੀ ਹੋਏਗਾ, ਜਗਾੜ ਲੱਗਣਗੇ। ਹੁਣ ਉਹ ਜੇ ਤੁਸੀਂ ਕਹਿ ਰਹੇ ਜੇ ਨਾ ਕਿ ਮੇਰੇ ਕੋਲ ਵੋਟ ਬਹੁਤ ਜ਼ਿਆਦਾ ਨੇ, ਹੁਣ ਵੋਟਾਂ ਵੱਲ ਤਵੱਜੋ ਨਹੀਂ ਹੈ, ਹੁਣ ਜਗਾੜ ਵੱਲ ਤਵੱਜੋ। ਜਗਾੜ ਦੀ ਸਿਆਸਤ ਆ ਰਹੀ ਹੈ, ਜਿਹਦਾ ਜਗਾੜ ਕਾਮਯਾਬ ਹੋ ਗਿਆ। ਇਹ ਜਗਾੜ ਵਿੱਚ ਥੋੜਾ ਜਿਹਾ ਮੈਂ ਫਸ ਗਿਆ, ਕਿਉਂਕਿ ਜਗਾੜ ਜੇ ਤਾਂ ਕਈ ਮਤਲਬ ਨਿਕਲ ਆਉਂਦੇ ਨੇ। ਅਗਰ ਮੈਂ ਬਲਜੀਤ ਸਾਹਿਬ ਨੂੰ ਵੇਖਾਂ ਜਾਂ ਉਹਨਾਂ ਦੀ ਫੈਨ ਫੋਲੋਇੰਗ ਚੈੱਕ ਕਰਾਂ, ਕਦੀ ਵੀ ਉਹਨਾਂ ਨੇ ਐਲਾਨੀਆਂ ਨਹੀਂ ਗੱਲ ਕੀਤੀ ਹੈਗੀ, ਜਿਵੇਂ ਕਿ ਦੂਜੇ ਸਿਆਸਤਦਾਨ, ਜਿਵੇਂ ਬਾਜਾ ਸਾਹਿਬ ਹੋਰਾਂ ਦੀ ਗੱਲ ਕਰ ਲਈਏ, ਕਿਉਂਕਿ ਫਰੈਂਡ ਹੈਗੇ ਨੇ ਫੇਸਬੁੱਕ ਉੱਤੇ ਬਲਜੀਤ ਸਾਹਿਬ ਹੋਰਾਂ ਦੇ, ਪਤਾ ਨਹੀਂ ਕੌਣ ਚਲਾ ਰਹੇ ਨੇ ਪੇਜਸ, ਕਾਫੀ ਸਾਰੇ ਅਕਾਊਂਟ ਨੇ, ਬੰਦੇ ਹੈਂਡਲ ਕਰਦੇ ਪਏ ਨੇ। ਪੋਸਟ ਆਉਂਦੀਆਂ ਨੇ ਬਲਜੀਤ ਸਾਹਿਬ ਦੀ, ਜਦੋਂ ਪੋਸਟ ਅਪਲੋਡ ਹੋਵੇਗੀ ਜੀ, ਕਦੀ ਕਿਸੇ ਨਾਲ ਮਿਲਣ ਦੇ ਨੇ ਤੇ ਕਦੀ ਕਿਸੇ ਨਾਲ ਮਿਲਦੇ ਪਏ ਨੇ, ਤੇ ਬਾਹਮੀ ਗੁਫ਼ਤਗੂ ਦੇ ਹਵਾਲੇ ਨਾਲ ਹੀ ਇਹਨਾਂ ਦੀ ਪੋਸਟ ਅਪਲੋਡ ਹੋਵੇਗੀ। ਸਿਆਸੀ ਸਾਡੇ ਇਲਾਕੇ ਦੇ ਹਵਾਲੇ ਨਾਲ ਕੋਈ ਪੋਸਟ ਅਪਲੋਡ ਨਹੀਂ ਹੋਵੇਗੀ। ਬਾਜਵਾ ਸਾਹਿਬ ਹੋਰੀ ਕਹਿ ਰਹੇ ਹੋਣਗੇ ਜੀ ਬਲਜੀਤ ਸਾਹਿਬ ਦੇ ਫਲਾਣੇ ਪਿੰਡ ਦੇ ਫਲਾਣੇ ਚੌਧਰੀ ਨੂੰ ਮੈਂ ਖਿੱਚ ਕੇ ਆਪਣੇ ਗਰੁੱਪ 'ਚ ਲੈਣ ਦਾ ਖੁਸ਼ ਆਮਦੀਦ ਕਿੰਨੇ ਹੈਗੇ ਆ ਜੀ। ਮਲਕ ਆਜ਼ਮ ਸਾਹਿਬ ਨੇ ਜਦੋਂ ਦਾ ਇਲੈਕਸ਼ਨ ਦਾ ਐਲਾਨ ਕੀਤਾ, ਤਕਰੀਬਨ 2008 ਤੋਂ ਬਾਅਦ
2020 ਤੱਕ ਸੁੱਤੇ ਰਹੇ ਨੇ, 21 ਚ ਉਹਨਾਂ ਨੂੰ ਜਾਗ ਆਈ, ਹੁਣ ਉਹਨਾਂ ਨੇ ਐਲਾਨ ਕਰਤਾ ਜੀ ਮੈਂ ਇਲੈਕਸ਼ਨ ਲੜਨਾ ਵੇ। ਅੱਜ ਕੱਲ੍ਹ ਉਹਨਾਂ ਦੀ ਪੋਸਟਾਂ ਚੈੱਕ ਕਰੀਏ ਤੇ ਹਰ ਦੂਸਰੇ ਦਿਨ ਪੋਸਟ ਆ ਰਹੀ ਹੁੰਦੀ ਹੈ ਜੀ, ਫਲਾਂ ਬੰਦੇ ਦੇ ਫਲਾਂ ਚੌਧਰੀ ਫਲਾਂ ਪਿੰਡ ਫਲਾਂ ਗਰੁੱਪ ਛੱਡ ਕੇ ਤੇ ਮੈਨੂੰ ਜੁਆਇਨ ਕਰ ਲਿਆ ਹੈਗਾ ਜੀ। ਇਹ ਜੁਗਾੜ ਦੀ ਤੇ ਨਹੀਂ ਕਹਿਣ ਦੀ ਗੱਲ ਕਿਤੇ, ਨਹੀਂ ਨਹੀਂ, ਇਹ ਜੁਗਾੜ ਨਹੀਂ, ਇਹ ਛੋਟਾ ਜੁਗਾੜ ਹੈ। ਮੇਰੀ ਮੁਰਾਦ ਇਹ ਤੁਹਾਡੇ ਬਹੁਤ ਛੋਟੀ ਬਾਤ ਤੁਸੀਂ ਕਰ ਰਹੇ ਜੇ, ਜਿਹੜੀ ਮੈਂ ਜਿਸ ਜੁਗਾੜ ਦੀ ਗੱਲ ਕਰ ਰਿਹਾ, ਮੇਰੀ ਮੁਰਾਦ ਇਹ ਤੇ ਕਿ ਮੈਂ ਸ਼ਾਹਕੋਟ ਤੋਂ ਕੋਈ ਐਮਪੀਏ ਲੈ ਰਿਹਾ, ਆਕਰ ਕੋਲ ਐਮਪੀ ਲੈ ਰਿਹਾ। ਅੱਛਾ ਸ਼ਾਹਕੋਟ ਤੋਂ ਕੋਈ ਐਮਪੀਏ ਲੈਣਾ, ਠੀਕ ਹੈ। ਫਲਾਣ ਨੂੰ ਮੈਂ ਕੱਢ ਦੇਣਾ, ਫਲਾਣ ਨੂੰ ਪਾ ਦੇਣਾ। ਇਹ ਲੱਗਦਾ ਗੱਲ ਗਵਰਨਰ ਸਾਹਿਬ ਤੱਕ ਠੀਕ ਹੈ ਨਾ, ਚਲੀ ਗਈ ਹੈ। ਠੀਕ, ਦੋਵੇਂ ਪਾਰਟੀ ਦੋਨੇ ਹੀ ਤੁਸੀਂ ਵੇਖੋ, ਅਸਲ ਮੁਕਾਬਲਾ ਤੇ ਤਾਰਕ ਬਾਜਵਾ ਤੇ ਬਲਜੀਤ ਸਾਰ, ਠੀਕ ਹੈ ਜੀ ਮੌਜੂਦਾ ਸੂਰਤ-ਹਾਲ ਦੇ ਮੁਤਾਬਕ ਜੀ ਜੀ। ਮੁਕਾਬਲਾ ਹੈ ਨਾ। ਅਗਰ ਗਵਰਨਰ ਸਾਹਿਬ ਆ ਜਾਂਦੇ ਨੇ ਵਿੱਚ ਤੇ ਫੇਰ ਮੈਂ ਸਮਝਣਾ, ਮੈਂ ਨਹੀਂ ਸਮਝਦਾ ਵੀ ਆਪਣਾ ਗਵਰਨਰ ਸਾਹਿਬ ਦਾ ਇੱਕ ਕਾਮਯਾਬੀ ਦੇ, ਅਗਰ ਮੈਂ ਨਹੀਂ ਸਮਝਦਾ ਕਿ ਅਗਰ ਉਹ